सत श्री अकाल स्टूडेंट्स, फतेह एडूकॉम चैनल ते तुहाडा स्वागत है। सो अज की इस वीडियो दे विच असीं पंजाब एक्साइज टैक्सेशन इंस्पैक्टर ते सीनियर इंडस्ट्रीयल डिवेलपमेंट ऑफिसर दे दो टॉपिक्स कवर करांगे। सीनियर इंडस्ट्रीयल डिवेलपमेंट ऑफिसर दे अंडर एक टॉपिक आंदा है जिहदे विच गवर्नमेंट इंडस्ट्रीयल डिवेलपमेंट पॉलिसीज़ दे बारे है, ठीक है, और उहदे विच सेंट्रल दियां की है, स्टेट्स दियां की है, उहदे बारे उन्होंने पुछया। सो स्टेट्स दियां अड्ड आपां करांगे अज, जिहड़ा है डिफरेंट जो भी इंडस्ट्रीयल पॉलिसीज़ रहीआं ने सरकार दियां पहलां और उस तो बाद हुण जिहड़ी इस वेले करंट है, सो ਉਹਦੇ ਬਾਰੇ ਚਰਚਾ ਕਰਾਂਗੇ। ਐਂਡ ਵਿਦ ਰਿਸਪੈਕਟ ਟੂ ਅਗਰ ਆਪਾਂ ਗੱਲ ਕਰੀਏ ਪੰਜਾਬ ਐਕਸਾਈਜ਼ ਟੈਕਸੇਸ਼ਨ ਇੰਸਪੈਕਟਰ, ਤੇ ਉਹਦੇ ਵਿੱਚ ਇੱਕ ਟੌਪਿਕ ਸਾਡਾ ਲਾਸਟ ਰਹਿ ਗਿਆ ਸੀ ਇੰਡਸਟਰੀਅਲ ਲਾਇਸੈਂਸਿੰਗ। ਸੋ ਅੱਜ ਦੇ ਇਸ ਟੌਪਿਕ ਦੇ ਨਾਲ ਤੁਹਾਡਾ ਜਿਹੜਾ ਟੈਕਸੇਸ਼ਨ ਵਾਲਾ ਪਾਰਟ ਹੈ ਯਾਨੀ ਕਿ ਪਾਰਟ 7 ਸਿਲੇਬਸ ਤੱਕ ਖਤਮ ਹੋ ਜਾਂਦਾ ਹੈ, ਰਾਈਟ। ਸੋ ਇਸੇ ਖੁਸ਼ੀ ਦੇ ਵਿੱਚ ਪਲੀਜ਼ ਤੁਸੀਂ ਜੁਆਇਨ ਜ਼ਰੂਰ ਕਰੋ ਮੇਰੇ ਚੈਨਲ ਨੂੰ, ਠੀਕ ਹੈ, ਆਪਣੀ ਵੀ ਸਪੋਰਟ ਕਰੋ। तो जे वीडियोज़ नाल बेनीफिट होया आ तो प्लीज़ ज़रूर करो। और दूसरी गल, सबसक्राइब करो जिन्हें नहीं किया, शेयर करिया करो वीडियोज़ नूं, जिहड़े स्टूडेंट्स ने अपलाई किया होया सब तक पहुँचाओ, तो लाइक ज़रूर करो वीडियो नूं। तो चलो स्टार्ट करते हैं। सो इंडस्ट्रीयल पॉलिसी ऑफ इंडिया, सो गवर्नमेंट एक्शन पॉलिसी हुंदी की है, गवर्नमेंट का एक्शन है जिहड़ा कि इन्फ्लुएंस करता है किसी भी इंडस्ट्री की ओनरशिप ते स्ट्रक्चर। ਹੁਣ ਜਦੋਂ ਆਪਾਂ ਓਨਰਸ਼ਿਪ ਦੀ ਗੱਲ ਕਰਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਕਈ ਇਹੋ ਜਿਹੀਆਂ ਐਂਟੀਟੀਜ਼ ਨੇ ਜਿਹੜੀਆਂ ਫੁੱਲੀ ਗਵਰਨਮੈਂਟ ਓਨਡ ਨੇ, ਕਈ ਜਿਹੜੀਆਂ ਨੇ ਉਹਦੇ ਵਿੱਚ ਕੁਛ ਹਿੱਸਾ ਜਿਹੜਾ ਗਵਰਨਮੈਂਟ ਸਟੇਕ ਹੁੰਦਾ ਹੈ, ਕੁਛ ਜਿਹੜਾ ਹੈ ਉਹ ਪ੍ਰਾਈਵੇਟ ਐਂਟੀਟੀ ਕੋ ਹੁੰਦਾ। ਜਿਵੇਂ 51% ਮੰਨ ਲਓ ਸਟੇਕ ਗਵਰਨਮੈਂਟ ਕੋ ਹੈ, 49% ਪ੍ਰਾਈਵੇਟ ਐਂਟੀਟੀ ਕੋ ਹੈ, ਠੀਕ ਹੈ, ਬਟ ਉਹਨੂੰ ਗਵਰਨਮੈਂਟ ਹੀ ਰੈਗੂਲੇਟ ਕਰਦੀ ਹੈ। ਬਾਕੀ ਸਾਡੀ ਜਿਵੇਂ ਮਿਕਸਡ ਇਕੋਨਮੀ ਹੈ, ਅਤੇ ਮਿਕਸਡ ਇਕੋਨਮੀ ਦੇ ਵਿੱਚ ਜੇ ਪ੍ਰਾਈਵੇਟ ਫਾਰਮਸ ਵੀ ਹੈਗੀਆਂ ਅਤੇ ਉਹਨਾਂ ਦੀ ਰੈਗੂਲੇਸ਼ਨ ਦਾ ਕੰਮ ਜਿਹੜਾ ਹੈ ਗਵਰਨਮੈਂਟ ਕੋ ਹੈ, ਰਾਈਟ। ਸੋ ਦੂਸਰੀ ਗੱਲ, ਗਵਰਨਮੈਂਟ ਉਹਨਾਂ ਨੂੰ ਕਈ ਤਰ੍ਹਾਂ ਨਾਲ ਅਸਿਸਟੈਂਸ ਪ੍ਰੋਵਾਈਡ ਕਰਦੀ ਹੈ, ਫਾਈਨੈਂਸ਼ੀਅਲ, ਠੀਕ ਹੈ, ਵਿੱਤੀ ਤੌਰ 'ਤੇ ਉਹਨਾਂ ਦੀ ਸਹਾਇਤਾ ਕਰਦੀ ਹੈ, ਪਲੱਸ ਉਹਨਾਂ ਨੂੰ ਸਬਸਿਡੀਆਂ ਪ੍ਰੋਵਾਈਡ ਕਰਦੀ ਹੈ, ਭਾਵੇਂ ਉਹ ਬਿਜਲੀ ਦੇ ਉੱਤੇ ਸਬਸਿਡੀ ਪ੍ਰੋਵਾਈਡ ਕਰੇ, ਪਾਣੀ ਦੇ ਉੱਤੇ ਸਬਸਿਡੀ ਪ੍ਰੋਵਾਈਡ ਕਰੇ, ਠੀਕ ਹੈ। ਸੋ ਇਹਦੇ ਵਿੱਚ ਸਾਰੇ ਜੋ ਵੀ ਪ੍ਰੋਸੀਜਰਸ, ਪੋਲਿਸੀਜ਼, ਪ੍ਰਿੰਸੀਪਲਸ, ਰੂਲਸ, ਰੈਗੂਲੇਸ਼ਨਸ, ਇਨਸੈਂਟਿਵਸ, ਪੈਨੈਲਿਟੀਜ਼, ਟੈਰਿਫ ਪੋਲਿਸੀ, ਲੇਬਰ ਪੋਲਿਸੀ, ठीक है। सो फॉरन कैपिटल के ਲਈ प्रति ਜਿਹੜੀ गवर्नमेंट है ਉਹਦਾ ਕੀ एटीट्यूड है, ਜਿਵੇਂ कि FDI वगैरह ਨੂੰ ਕਿੰਨਾ ਕੁ ਇਨਕਰੇਜ ਕਰਦੀ ਹੈ ਸਾਡੀ ਸਰਕਾਰ। ਸੋ ਇਹ ਸਾਰਾ ਕੁਛ ਇੰਡਸਟਰੀਅਲ ਪੋਲਿਸੀ ਦੇ ਅੰਡਰ ਆਉਂਦਾ ਆ। ਹੁਣ ਕੋਈ ਵੀ ਇੰਡਸਟਰੀਅਲ ਪੋਲਿਸੀ ਆ ਗਵਰਨਮੈਂਟ ਦੀ, ਉਹਦਾ ਆਬਜੈਕਟਿਵ ਕੀ ਹੋਏਗਾ? ਸਭ ਤੋਂ ਪਹਿਲਾਂ ਕਿ ਇੱਕ ਸਸਟੇਨਡ ਗਰੋਥ ਜਿਹੜੀ ਆ ਹੋਵੇ ਪ੍ਰੋਡਕਟੀਵਿਟੀ ਦੇ ਵਿੱਚ, ਠੀਕ ਹੈ। ਦੈਨ ਉਸ ਤੋਂ ਬਾਅਦ ਇੰਪਲੋਇਮੈਂਟ ਹੋਵੇ, ਲੋਕਾਂ ਨੂੰ ਰੁਜ਼ਗਾਰ ਮਿਲੇ। ਦੈਨ ਹਿਊਮਨ ਰਿਸੋਰਸਿਸ, ਮਤਲਬ ਮੈਨ ਪਾਵਰ ਜਿੰਨੀ ਆ ਉਹਦੀ ਆਪਟੀਮਮ ਯੂਟੀਲਾਈਜੇਸ਼ਨ ਕੀਤੀ ਜਾਵੇ, ਰਾਈਟ। ਤੇ ਟੂ ਅਟੇਨ ਇੰਟਰਨੈਸ਼ਨਲ ਕੰਪੈਟੀਟਿਵਨੈਸ, ਕਿ ਜਿਵੇਂ ਸਾਡੇ ਪ੍ਰੋਡਕਟਸ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਵੀ ਜਾਣ, ਠੀਕ ਹੈ, ਇੰਡੀਆ ਦੀ ਗੁੱਡਵਿਲ ਵੀ ਬਣੇ ਇੰਟਰਨੈਸ਼ਨਲ ਲੈਵਲ 'ਤੇ। ਦੈਨ ਉਸ ਤੋਂ ਬਾਅਦ ਟੂ ਟਰਾਂਸਫਾਰਮ ਇੰਡੀਆ ਇਨਟੂ ਅ ਮੇਜਰ ਪਾਰਟਨਰ ਐਂਡ ਪਲੇਅਰ ਇਨ ਦਾ ਗਲੋਬਲ ਅਰੀਨਾ। ਸੋ ਇੰਡਸਟਰੀਅਲ ਪੋਲਿਸੀਜ਼ ਇਨ ਇੰਡੀਆ ਸਿੰਸ ਇੰਡੀਪੈਂਡੈਂਸ। ਸੋ ਆਪਾਂ ਇੰਡਸਟਰੀਅਲ ਪੋਲਿਸੀਜ਼ ਦੀ ਗੱਲ ਕਰਾਂਗੇ ਕਿਵੇਂ 1991 ਤੱਕ ਪਹੁੰਚੇ ਆਪਾਂ, ਠੀਕ ਹੈ। 1991 'ਚ ਤੁਹਾਨੂੰ ਪਤਾ LPG ਰਿਫੋਰਮਸ ਆਏ ਨੇ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ, ਤੇ ਦੋ ਬੰਦੇ ਉਹਦੇ ਲਈ ਰਿਸਪੋਂਸੀਬਲ ਸੀਗੇ, ਇੱਕ ਆਪਣੇ ਡਾਕਟਰ ਮਨਮੋਹਨ ਸਿੰਘ ਤੇ ਦੂਸਰੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ PV ਨਰਸਿਮਹਾ ਰਾਓ, ਠੀਕ ਹੈ। ਸੋ ਲੇਕਿਨ ਉਹਦੇ ਤੋਂ ਪਹਿਲਾਂ ਜਿਹੜਾ ਆ ਕਾਫੀ ਜ਼ਿਆਦਾ ਪੋਲਿਸੀਜ਼ ਆਈਆਂ ਆ। ਜਿਵੇਂ ਇਨੀਸ਼ੀਅਲੀ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਅਤੇ 48 ਦੇ ਵਿੱਚ ਜਿਹੜੀ ਇੰਡਸਟਰੀਅਲ ਪੋਲਿਸੀ ਰੈਜ਼ੋਲੂਸ਼ਨ ਸਭ ਤੋਂ ਪਹਿਲਾਂ ਆਇਆ ਆ, ਉਹਨੇ ਚੀਜ਼ ਕਲੀਅਰ ਕਰ ਦਿੱਤੀ ਸੀ ਕਿ ਇੰਡੀਆ ਜਿਹੜਾ ਉਹਦਾ ਮਿਕਸਡ ਇਕਨੋਮਿਕ ਮਾਡਲ ਹੋਏਗਾ। ਬਿਕੋਜ਼ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ, ਹੈ ਨਾ, ਜਦੋਂ ਟੈਕਸੇਸ਼ਨ ਰਿਫੋਰਮਸ ਪੜ੍ਹੇ ਸੀਗੇ ਕਿ ਕਿਵੇਂ ਇੰਡੀਆ ਦੇ ਵਿੱਚ ਉਸ ਟਾਈਮ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਜਿਹੜੇ ਸੀਗੇ USSR ਦੇ ਸੋਸ਼ਲਿਸਟਿਕ ਪ੍ਰਿੰਸੀਪਲਸ ਤੋਂ ਬਹੁਤ ਜ਼ਿਆਦਾ ਇਨਫਲੂਐਂਸਡ ਸੀ, ਹੈ ਨਾ। ਔਰ ਉਹ ਇੰਡੀਆ ਦੇ ਵਿੱਚ ਵੀ ਇਹੋ ਜਿਹੀ ਚੀਜ਼ ਹੀ ਇੰਪਲੀਮੈਂਟ ਕਰਨਾ ਚਾਹੁੰਦੇ ਸੀਗੇ ਕਿ ਅਮੀਰ ਗਰੀਬ ਜਿਹੜਾ ਹੈ ਬਰਾਬਰ ਹੋਣਾ ਚਾਹੀਦਾ ਆ, ਮੀਨਸ ਆਫ ਪ੍ਰੋਡਕਸ਼ਨ ਗਵਰਨਮੈਂਟ ਦੇ ਹੈਂਡ 'ਚ ਹੋਣੇ ਚਾਹੀਦੇ ਆ। ਸੋ ਉਸ ਤਰੀਕੇ ਦੇ ਨਾਲ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਨੂੰ ਬਹੁਤ ਜ਼ਿਆਦਾ ਇਨੀਸ਼ੀਅਲੀ ਡਿਸਕਰੇਜ ਕੀਤਾ, ਰਾਈਟ। ਬਟ ਇਹ ਸੀਗਾ ਕਿ ਜਿਵੇਂ ਅਨਲਾਈਕ USSR ਇਹ ਨਹੀਂ ਸੀ ਚਾਹੁੰਦੇ ਵੀ ਇੰਡੀਆ ਦੇ ਵਿੱਚ ਜੋ ਪ੍ਰਾਈਵੇਟ ਐਂਟੀਟੀਜ਼ ਆ ਉਹਨਾਂ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਏ। ਸੋ ਪਬਲਿਕ ਦੇ ਨਾਲ ਨਾਲ ਪ੍ਰਾਈਵੇਟ ਵੀ ਐਂਟੀਟੀਜ਼ ਜਿਹੜੀਆਂ ਐਗਜ਼ਿਸਟ ਕਰਨਗੀਆਂ। ਸੋ ਪਬਲਿਕ ਪਲੱਸ ਪ੍ਰਾਈਵੇਟ ਸੈਕਟਰ ਹੀ ਮਿਕਸਡ ਇਕੋਨਮੀ ਮਾਡਲ ਬਣਾਉਂਦੇ ਆ, ਰਾਈਟ। ਸੋ ਜਿਹੜੀ ਇਹ ਜਦੋਂ ਰੈਜ਼ੋਲੂਸ਼ਨ ਆਇਆ ਸੀ 1948 ਦਾ, ਇਹਦੇ ਵਿੱਚ 4 ਤਰ੍ਹਾਂ ਦੀਆਂ ਇੰਡਸਟਰੀਜ਼ ਨੂੰ ਜਿਹੜਾ ਸੀਗਾ ਕਲਾਸੀਫਾਈ ਕਰ ਦਿੱਤਾ ਗਿਆ ਵੀ ਇੰਡਸਟਰੀਜ਼ ਜਿਹੜੀਆਂ 4 ਹਿੱਸਿਆਂ ਦੇ ਵਿੱਚ ਕਲਾਸੀਫਾਈ ਹੋਣਗੀਆਂ। ਸਭ ਤੋਂ ਪਹਿਲਾਂ ਹੈਗਾ ਆ ਸਟ੍ਰੈਟੇਜਿਕ ਇੰਡਸਟਰੀਜ਼। 4 ਸੀਗੀਆਂ। ਪਹਿਲੀ ਸਟ੍ਰੈਟੇਜਿਕ ਇੰਡਸਟਰੀਜ਼, ਦੂਸਰੀ ਸੀਗੀਆਂ ਬੇਸਿਕ ਔਰ ਕੀ ਇੰਡਸਟਰੀਜ਼, ਤੀਸਰੀ ਸੀਗੀਆਂ ਇੰਪੋਰਟੈਂਟ ਇੰਡਸਟਰੀਜ਼, ਅਤੇ ਚੌਥੀ ਸੀਗੀਆਂ ਅਦਰ ਇੰਡਸਟਰੀਜ਼, ਮਤਲਬ ਜਿਹੜੀਆਂ ਇਹਨਾਂ ਤਿੰਨਾਂ ਦੇ ਵਿੱਚ ਨਹੀਂ ਆਉਣਗੀਆਂ ਉਹ ਅਦਰ ਦੇ ਵਿੱਚ ਆਉਣਗੀਆਂ, ਰਾਈਟ।
ਹੁਣ ਸਭ ਤੋਂ ਪਹਿਲਾਂ ਅਗਰ ਆਪਾਂ ਗੱਲ ਕਰੀਏ ਤੇ ਸਟ੍ਰੈਟੇਜਿਕ ਇੰਡਸਟਰੀਜ਼ ਕੀ ਹੋਣਗੀਆਂ, ਜਿਹਦੇ ਵਿੱਚ ਇੰਟਾਇਰਲੀ ਐਕਸਕਲੂਸਿਵਲੀ ਪਬਲਿਕ ਸੈਕਟਰ ਵਿੱਚ ਹੀ ਹੋਊਗਾ, ਮਤਲਬ ਕਿ ਸਾਰਾ ਦਾ ਸਾਰਾ ਜਿਹੜੀ ਮੋਨੋਪੋਲੀ ਉਹ ਸੈਂਟਰਲ ਸਰਕਾਰ ਕੋਲ ਹੋਏਗੀ, ਸੈਂਟਰ ਸਰਕਾਰ ਕੋਲ, ਰਾਈਟ, ਕਿ ਇਹਦੇ ਰਿਲੇਟਿਡ ਜੋ ਵੀ ਪ੍ਰੋਡਕਟਸ ਮੈਨੂਫੈਕਚਰ ਕਰਨੇ, ਜੋ ਵੀ ਇਕੁਇਪਮੈਂਟਸ, ਉਹ ਸਿਰਫ ਔਰ ਸਿਰਫ ਸੈਂਟਰਲ ਗਵਰਨਮੈਂਟ ਕੋਲ ਦੀ ਮੋਨੋਪੋਲੀ ਹੋਏਗੀ। ਔਰ ਉਹਦੇ ਵਿੱਚ 3 ਚੀਜ਼ਾਂ ਆਉਂਦੀਆਂ ਸੀਗੀਆਂ, ਪਹਿਲਾ ਆਰਮਸ ਐਂਡ ਐਮਿਊਨੀਸ਼ਨ, ਦੂਸਰਾ ਐਟੋਮਿਕ ਐਨਰਜੀ ਤੇ ਤੀਸਰਾ ਰੇਲ ਟਰਾਂਸਪੋਰਟ। ਠੀਕ ਹੈ, ਸੋ ਯਾਦ ਰੱਖਿਓ। ਨੈਕਸਟ ਹੈਗੀਆਂ ਬੇਸਿਕ ਔਰ ਕੀ ਇੰਡਸਟਰੀਜ਼। ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ 6 ਇੰਡਸਟਰੀਜ਼ ਜਿਹੜੀਆਂ ਸੀਗੀਆਂ ਉਹਨਾਂ ਨੂੰ ਕੀ ਇੰਡਸਟਰੀਜ਼ ਡੈਜ਼ਿਗਨੇਟ ਕਰਤਾ ਜਾਂ ਬੇਸਿਕ ਇੰਡਸਟਰੀ ਡੈਜ਼ਿਗਨੇਟ ਕਰਤਾ। ਉਹ ਸੀਗੀਆਂ ਕੋਲ, ਆਇਰਨ ਸਟੀਲ, ਠੀਕ ਹੈ, ਤੇ 에ਅਰਕ੍ਰਾਫਟ ਮੈਨੂਫੈਕਚਰਿੰਗ, ਸ਼ਿਪ ਬਿਲਡਿੰਗ ਤੇ ਮੈਨੂਫੈਕਚਰਿੰਗ ਆਫ ਟੈਲੀਫੋਨ, ਟੈਲੀਗ੍ਰਾਫ, ਵਾਇਰਲੈਸ ਆਪਰੇਟਸ ਤੇ ਮਿਨਰਲ ਆਇਲ। ਇਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਇੰਡਸਟਰੀਜ਼ ਨੇ ਨਾ, ਇਹਨਾਂ ਨੂੰ ਸਿਰਫ ਸੈਂਟਰਲ ਗਵਰਨਮੈਂਟ ਹੀ ਸੈਟਅਪ ਕਰੂਗੀ, ਬਟ ਜਿਹੜੀਆਂ ਆਲਰੇਡੀ ਇਹਨਾਂ ਸੈਕਟਰਸ ਦੇ ਵਿੱਚ ਮਤਲਬ ਇੰਡਸਟਰੀਜ਼ ਹੈਗੀਆਂ ਨੇ, ਉਹ ਇੰਡਸਟਰੀਜ਼ ਨੂੰ ਕੰਟੀਨਿਊ ਹੀ ਰਹਿਣ ਦਿੱਤਾ ਜਾਏਗਾ, ਉਹਨਾਂ ਨੂੰ ਸ਼ਟ ਡਾਊਨ ਨਹੀਂ ਕੀਤਾ ਜਾਊਗਾ। ਦੈਨ ਉਸ ਤੋਂ ਬਾਅਦ ਆਉਂਦੀਆਂ ਨੇ ਗਰੁੱਪ ਸੀ, ਇੰਪੋਰਟੈਂਟ ਇੰਡਸਟਰੀਜ਼, ਜਿਹਦੇ ਵਿੱਚ ਕੰਟਰੋਲਡ ਪ੍ਰਾਈਵੇਟ ਸੈਕਟਰ ਹੈ, ਰਾਈਟ। ਸੋ ਇਹ ਜਿਹੜਾ ਪ੍ਰਾਈਵੇਟ ਸੈਕਟਰ ਦੇ ਅੰਡਰ ਹੀ ਰਹਿਣਗੀਆਂ। ਇਹਦੇ ਵਿੱਚ 18 ਇੰਡਸਟਰੀਜ਼ ਸੀਗੀਆਂ ਡਿਫਰੈਂਟ ਵੇ, ਸ਼ੂਗਰ, ਕਾਟਨ, ਵੂਲਨ, ਟੈਕਸਟਾਈਲ, ਸੀਮੈਂਟ, ਪੇਪਰ, ਸਾਲਟ ਵਗੈਰਾ, ਫਰਟੀਲਾਈਜ਼ਰ, ਰਬਰ, 에ਅਰ ਟਰਾਂਸਪੋਰਟ, ਮੋਟਰ, ਟਰੈਕਟਰ, ਇਲੈਕਟ੍ਰਿਸਿਟੀ ਐਟਸੈਟਰਾ। ਸੋ ਇਹ ਉਹਨਾਂ ਨੇ ਕਿਹਾ ਕਿ ਇਹ ਪ੍ਰਾਈਵੇਟ ਸੈਕਟਰ ਦੇ ਅੰਡਰ ਹੀ ਰਹਿਣਗੀਆਂ, ਬਟ ਸੈਂਟਰਲ ਗਵਰਨਮੈਂਟ ਕੀ ਕਰੇਗੀ? ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹ ਇਹਨਾਂ ਦੇ ਉੱਤੇ ਆਪਣਾ ਪੂਰਾ ਕੰਟਰੋਲ ਰੱਖੇਗੀ ਇਨ ਕੰਸਲਟੇਸ਼ਨ ਵਿਦ ਸਟੇਟ ਗਵਰਨਮੈਂਟਸ। ਠੀਕ ਹੈ, ਤੇ ਦੈਨ ਉਸ ਤੋਂ ਬਾਅਦ ਆਉਂਦਾ ਅਦਰ ਇੰਡਸਟਰੀਜ਼, ਪ੍ਰਾਈਵੇਟ ਤੇ ਕੋਆਪਰੇਟਿਵ ਸੈਕਟਰ। ਇਹਦੇ ਵਿੱਚ ਜਿੰਨੀਆਂ ਵੀ ਉੱਪਰਲੇ 3 ਸੈਕਟਰਸ ਦੇ ਵਿੱਚ 3 ਜਿਹੜੀਆਂ ਆਪਾਂ ਗਰੁੱਪਸ ਪੜ੍ਹੇ ਆ ਇੰਡਸਟਰੀਜ਼ ਦੇ, ਜਿਹੜੀਆਂ ਉਹਨਾਂ ਦੇ ਵਿੱਚ ਨਹੀਂ ਆਉਂਦੀਆਂ ਉਹ ਇਸ ਚੌਥੇ ਗਰੁੱਪ ਦੇ ਵਿੱਚ ਆਉਣਗੀਆਂ। ਸੋ ਇਹ ਇੰਡਸਟਰੀਜ਼ ਡਿਵੈਲਪਮੈਂਟ ਰੈਗੂਲੇਸ਼ਨ ਐਕਟ ਜਿਹੜਾ 1951 ਦਾ ਪਾਸ ਕੀਤਾ ਗਿਆ, ਜਿਹਦੇ ਥਰੂ ਅੱਜ ਦੀ ਡੇਟ ਦੇ ਵਿੱਚ ਵੀ ਆਪਾਂ ਜੋ ਵੀ ਹੁੰਦੀਆਂ ਨੇ ਆਪਣੀਆਂ ਇੰਡਸਟਰੀਅਲ ਲਾਇਸੈਂਸਿੰਗ ਵਗੈਰਾ ਗ੍ਰਾਂਟ ਹੁੰਦੇ ਨੇ, ਉਹ ਇਹੀ ਐਕਟ ਉਹਨਾਂ ਨੂੰ ਰੈਗੂਲੇਟ ਕਰਦਾ ਆ। ਠੀਕ ਹੈ, ਇੰਡਸਟਰੀਜ਼ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1951। ਸੋ ਇਹਦੇ ਥਰੂ ਇਹ ਜਿਹੜੀ ਪਾਲਿਸੀ ਰੈਜ਼ੋਲੂਸ਼ਨ 48 ਦਾ ਆਇਆ ਸੀਗਾ, ਉਹਨੂੰ ਇੰਪਲੀਮੈਂਟ ਕੀਤਾ ਗਿਆ। ਹੁਣ ਉਸ ਤੋਂ ਬਾਅਦ ਗਵਰਨਮੈਂਟ ਨੇ ਇੱਕ ਸਟੇਟਮੈਂਟ ਲਿਆਂਦੀ, ਇੰਡਸਟਰੀ ਪਾਲਿਸੀ ਸਟੇਟਮੈਂਟ ਆਫ 1956। ਇਹਨੂੰ ਇਕਨੋਮਿਕ ਕਨਸਟੀਟਿਊਸ਼ਨ ਆਫ ਇੰਡੀਆ ਵੀ ਬੋਲਿਆ ਜਾਂਦਾ ਹੈ। ਮਤਲਬ ਇਹ ਇੱਕ ਤਰ੍ਹਾਂ ਦੀ ਰਿਵੀਜ਼ਨ ਸੀਗੀ 1948 ਦੀ ਪਾਲਿਸੀ ਦੀ, ਕਿਉਂਕਿ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਹੁਣ ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਸਾਨੂੰ ਐਕਸਪੈਂਡ ਕਰਨ ਦੀ ਜ਼ਰੂਰਤ ਹੈ। ਠੀਕ ਹੈ, ਸੋ ਇਹਨੂੰ ਇਕਨੋਮਿਕ ਕਨਸਟੀਟਿਊਸ਼ਨ ਆਫ ਇੰਡੀਆ ਜਾਂ ਬਾਈਬਲ ਆਫ ਸਟੇਟ ਕੈਪੀਟਲਿਜ਼ਮ ਵੀ ਕਿਹਾ ਜਾਂਦਾ ਆ। ਸੋ ਇਹਦੇ ਵਿੱਚ ਮੇਨ ਐਮਫਸਾਈਜ਼ ਦਿੱਤਾ ਗਿਆ ਕਿ ਪਬਲਿਕ ਸੈਕਟਰ ਨੂੰ ਹੋਰ ਜ਼ਿਆਦਾ ਐਕਸਪੈਂਡ ਕੀਤਾ ਜਾਏ। ਠੀਕ ਹੈ, ਔਰ ਜੋ ਵੀ ਜਿੰਨੇ ਵੀ ਪ੍ਰਾਈਵੇਟ ਇੰਡਸਟਰੀਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਜੋ ਓਨਰਸ਼ਿਪ ਤੇ ਮੈਨੇਜਮੈਂਟ ਦਾ ਕੰਟਰੋਲ ਹੈ ਉਹਨੂੰ ਸੈਪਰੇਟ ਕਰਨ ਦੀ ਜ਼ਰੂਰਤ ਆ, ਤਾਂ ਕਿ ਜਿਹੜੀਆਂ ਪ੍ਰਾਈਵੇਟ ਐਂਟੀਟੀਜ਼ ਆ ਉਹਨਾਂ ਦੀ ਮੋਨੋਪੋਲੀ ਨਾ ਹੋਵੇ, ਪ੍ਰਾਈਵੇਟ ਸੈਕਟਰ ਦੀ ਮੋਨੋਪੋਲੀ ਨਾ ਹੋਵੇ ਕਿਸੇ ਖਾਸ ਪਰਟੀਕੂਲਰ ਇੰਡਸਟਰੀਅਲ ਗਰੁੱਪ ਨੂੰ ਲੈ ਕੇ। ਠੀਕ ਹੈ, ਹੁਣ ਓਨਰਸ਼ਿਪ ਤੇ ਮੈਨੇਜਮੈਂਟ ਕੰਟਰੋਲ, ਜਿਵੇਂ ਕਿ ਮੈਂ ਫਸਟ ਸਲਾਈਡ 'ਚ ਤੁਹਾਨੂੰ ਸਮਝਾਇਆ ਸੀਗਾ ਕਿ ਜਿੱਦਾਂ ਓਨਰਸ਼ਿਪ ਦਾ ਮਤਲਬ ਕਿ ਜਿੱਦਾਂ 51% ਗਵਰਨਮੈਂਟ ਦਾ ਸਟੇਕ ਹੋ ਗਿਆ, 49% ਜਿਹੜਾ ਆ ਪ੍ਰਾਈਵੇਟ ਐਂਟੀਟੀ ਦਾ ਸਟੇਕ ਹੋ ਗਿਆ, ਬਟ ਉਹਦੇ ਵਿੱਚ ਤੇ ਕੰਟਰੋਲ ਜਿਹੜਾ ਆ ਸਾਰਾ ਗਵਰਨਮੈਂਟ ਦਾ ਰਹੂਗਾ। ਜੇ ਮੰਨ ਲਓ 100% ਵੀ ਕੋਈ ਪ੍ਰਾਈਵੇਟ ਐਂਟੀਟੀ ਹੈ ਤੇ ਉਹਦੇ ਤੇ ਕੰਟਰੋਲ ਜਿਹੜਾ ਆ ਗਵਰਨਮੈਂਟ ਦਾ ਰਹੂਗਾ। ਸੋ ਜਿਵੇਂ ਮਿਕਸਡ ਇਕੋਨਮੀ ਦੇ ਵਿੱਚ ਹੁੰਦਾ ਆ, ਰਾਈਟ। ਸੋ ਇਹ ਚੀਜ਼ ਇਹਨਾਂ ਨੇ ਇਹਦੇ ਵਿੱਚ ਸੁਜੈਸਟ ਕੀਤੀ। ਸੋ ਇਟ ਪ੍ਰੋਵਾਈਡਡ ਦਾ ਬੇਸਿਕ ਫਰੇਮਵਰਕ ਫॉर ਗਵਰਨਮੈਂਟਸ ਪਾਲਿਸੀ ਇਨ ਰਿਗਾਰਡ ਟੂ ਇੰਡਸਟਰੀਜ਼ ਟਿਲ ਜੂਨ 1991। ਸੋ 1991 ਤੋਂ ਪਹਿਲਾਂ ਜਿੰਨੀਆਂ ਵੀ ਇੰਡਸਟਰੀਅਲ ਪਾਲਿਸੀਜ਼ ਆਈਆਂ ਨੇ ਉਹਦੇ ਲਈ ਇਹ ਵਾਲੀ ਪਾਲਿਸੀ ਨੇ ਇੱਕ ਬੇਸਿਕ ਫਰੇਮਵਰਕ ਪ੍ਰੋਵਾਈਡ ਕਰਨ ਦਾ ਕੰਮ ਜਿਹੜਾ ਕੀਤਾ। 1956 ਦੀ ਜਿਹੜੀ ਇੰਡਸਟਰੀਅਲ ਪਾਲਿਸੀ ਸੀਗੀ, ਇਹਨੇ ਵੀ 1948 ਦੇ ਰੈਜ਼ੋਲੂਸ਼ਨ ਜਿੱਦਾਂ ਉਹਦੇ ਵਿੱਚ 4 ਗਰੁੱਪਸ ਦੇ ਵਿੱਚ ਡਿਵਾਈਡ ਕਰ ਦਿੱਤਾ ਇੰਡਸਟਰੀਜ਼ ਨੂੰ। ਠੀਕ ਹੈ, ਇਹਦੇ ਵਿੱਚ 3 ਗਰੁੱਪਸ ਦੇ ਵਿੱਚ ਡਿਵਾਈਡ ਕਰ ਦਿੱਤਾ ਜਾਂ ਸਕੈਡਿਊਲਸ ਦੇ ਵਿੱਚ ਡਿਵਾਈਡ ਕਰ ਦਿੱਤਾ। ਜਿੱਦਾਂ ਏ ਸਕੈਡਿਊਲ ਦੇ ਵਿੱਚ 17 ਇੰਡਸਟਰੀਜ਼ ਆਉਂਦੀਆਂ ਸੀਗੀਆਂ, ਜਿਹਦੇ ਵਿੱਚੋਂ 4 ਇੰਡਸਟਰੀਜ਼ ਵਿਦ ਆਰਮਸ ਐਂਡ ਐਮਿਊਨੀਸ਼ਨ, ਐਟੋਮਿਕ ਐਨਰਜੀ, ਰੇਲਵੇ ਤੇ ਟਰਾਂਸਪੋਰਟ, 에ਅਰ ਟਰਾਂਸਪੋਰਟ। ਇਹਨਾਂ ਦੀ ਮੋਨੋਪੋਲੀ ਜਿਹੜੀ ਸੀਗੀ ਸੈਂਟਰ ਸਰਕਾਰ ਕੋਲ ਸੀਗੀ। ਬਾਕੀ ਜਿਹੜੇ 13 ਯੂਨਿਟ ਸੀਗੇ ਉਹਨਾਂ ਦੇ ਉੱਤੇ ਜੋ ਵੀ ਯੂਨਿਟ ਸੈਟਅਪ ਦਾ ਕੰਮ ਹੈ ਸਟੇਟ ਗਵਰਨਮੈਂਟ ਕਰ ਸਕਦੀਆਂ ਸੀਗੀਆਂ। ਦੈਨ ਸਕੈਡਿਊਲ ਬੀ ਦੇ ਵਿੱਚ 12 ਇੰਡਸਟਰੀਜ਼ ਸੀਗੀਆਂ ਜਿਨ੍ਹਾਂ ਨੂੰ ਪ੍ਰਾਈਵੇਟ ਸੈਕਟਰ ਵੀ ਸਟੈਬਲਿਸ਼ ਕਰ ਸਕਦਾ ਸੀ ਤੇ ਪਬਲਿਕ ਸੈਕਟਰ ਕੋਲ ਵੀ ਰਹਿ ਸਕਦੀਆਂ ਸੀ। ਸੋ ਹਾਲਾਂਕਿ ਇਹਦੇ ਵਿੱਚ ਜ਼ਿਆਦਾਤਰ ਸਟੇਟ ਓਨਡ ਹੀ ਰਹੀਆਂ। ਠੀਕ ਹੈ, ਸਕੈਡਿਊਲ ਬੀ 'ਚ ਜਿਹੜੀਆਂ ਇੰਡਸਟਰੀਜ਼ ਸੀਗੀਆਂ। ਸਕੈਡਿਊਲ ਸੀ 'ਚ ਉਹ ਇੰਡਸਟਰੀਜ਼ ਆ ਜਾਂਦੀਆਂ ਸੀਗੀਆਂ ਜਿਹੜੀਆਂ ਉੱਪਰਲੇ ਕਿਸੇ ਵੀ ਸਕੈਡਿਊਲ 'ਚ ਨਹੀਂ ਸੀਗੀਆਂ, ਔਰ ਇਹ ਇੰਡਸਟਰੀਜ਼ ਜਿਹੜੀਆਂ ਸੀਗੀਆਂ ਪ੍ਰਾਈਵੇਟ ਸੈਕਟਰ ਵੀ ਇਹਨਾਂ ਦੇ ਉੱਤੇ ਯੂਨਿਟਸ ਜਿਹੜੇ ਸੈਟਅਪ ਕਰ ਸਕਦੇ ਸੀਗੇ। However, state reserve the right to undertake any type of industrial production.
ਜਿਹੜਾ IPR 1956 ਮਤਲਬ ਇਹ ਜਿਹੜੀ ਪੋਲਿਸੀ ਸੀਗੀ ਇਹਨੇ ਕਾਟੇਜ ਤੇ ਸਮਾਲ ਸਕੇਲ ਇੰਡਸਟਰੀਜ਼ ਦੇ ਉੱਤੇ ਵੀ ਕਾਫੀ ਸਟ੍ਰੈਸ ਦਿੱਤਾ ਵੀ ਇਹਨਾਂ ਨੂੰ ਆਪਾਂ ਜਿਹੜਾ ਐਸਟੈਬਲਿਸ਼ ਕਰੀਏ, ਜਿਹੜੀਆਂ ਸਮਾਲ ਸਕੇਲ ਇੰਡਸਟਰੀਜ਼ ਦਾ ਹੈਂਡੀਕ੍ਰਾਫਟਸ ਵਗੈਰਾ ਇਹਨਾਂ ਨੂੰ ਆਪਾਂ ਪ੍ਰਮੋਟ ਕਰੀਏ ਤੇ ਤਾਂ ਕਿ ਜਿਹੜੀਆਂ ਐਮਪਲੋਇਮੈਂਟ ਓਪਰਚੁਨਿਟੀਜ਼ ਆ ਉਹ ਵਧਣ। ਬਟ ਇਹਨੂੰ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਮਿਲਿਆ ਕਿ ਜਿਵੇਂ ਕਿ ਆਪਾਂ ਸਕੈਡਿਊਲਸ ਦੇਖੇ ਹੀ ਆ ਕਿ ਜਿਹੜਾ A ਸਕੈਡਿਊਲ ਆ ਉਹ 'ਚ ਵੀ ਸਾਰੀਆਂ ਪਬਲਿਕ ਆ, B ਸਕੈਡਿਊਲਸ ਜਿਹੜਾ ਆ ਉਹਦੇ ਵਿੱਚ ਵੀ ਮੈਕਸੀਮਮ ਤੇ ਪਬਲਿਕ ਹੀ ਆ ਤੇ C ਵਿੱਚ ਪ੍ਰਾਈਵੇਟ ਆ, ਬਟ ਉਹਦੇ ਵਿੱਚ ਵੀ ਸਟੇਟ ਚਾਹੇ ਤੇ ਆਪਣੇ ਜਿਹੜੇ ਇੰਡਸਟਰੀਅਲ ਯੂਨਿਟਸ ਆ ਸੈਟਅਪ ਕਰ ਸਕਦੀ ਹੈ ਨਾ। ਸੋ ਇਹ ਬਹੁਤ ਹੀ ਜ਼ਿਆਦਾ ਮਤਲਬ ਪ੍ਰੋ ਪਬਲਿਕ ਪੋਲਿਸੀ ਸੀਗੀ ਔਰ ਪ੍ਰਾਈਵੇਟ ਸੈਕਟਰ ਨੇ ਇਹਨੂੰ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕੀਤਾ, ਰਾਈਟ। ਸੋ ਦੂਸਰੀ ਗੱਲ, ਇਹ 1956 ਦੀ ਜਿਹੜੀ ਪੋਲਿਸੀ ਆਈ ਸੀਗੀ ਇਹਦੇ ਨਾਲ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਸੀਗਾ ਸਟੇਟ ਦੇ ਅੰਡਰ ਰੱਖਿਆ ਗਿਆ ਥਰੂ ਅ ਸਿਸਟਮ ਆਫ ਲਾਇਸੈਂਸਿਸ। ਹੁਣ ਲਾਇਸੈਂਸਿਸ ਕੀ ਸੀਗੇ? ਇੰਡਸਟਰੀਅਲ ਲਾਇਸੈਂਸਿਸ ਦੀ ਗੱਲ ਕਰੀਏ ਤੇ ਉਹਦੇ ਵਿੱਚ ਜਿਵੇਂ ਤੁਸੀਂ ਮੰਨ ਲਓ ਕੋਈ ਨਵੀਂ ਇੰਡਸਟਰੀ ਸੈਟਅਪ ਕਰਨੀ ਹੈ, ਠੀਕ ਹੈ, ਜਾਂ ਫਿਰ ਕੋਈ ਐਗਜ਼ਿਸਟਿੰਗ ਤੁਹਾਡਾ ਪ੍ਰੋਡਕਟ ਹੈ ਉਹਨੂੰ ਤੁਸੀਂ ਐਕਸਪੈਂਡ ਕਰਨਾ ਚਾਹੁੰਦੇ ਹੋ, ਆਪਣੀ ਪ੍ਰੋਡਕਸ਼ਨ ਨੂੰ ਐਕਸਪੈਂਡ ਕਰਨਾ ਚਾਹੁੰਦੇ ਹੋ ਤੇ ਤਾਂ ਵੀ ਤੁਹਾਨੂੰ ਜਿਹੜਾ ਆ ਉਹ ਮਤਲਬ ਗਵਰਨਮੈਂਟ ਕੋਲ ਇਹ ਪ੍ਰੀ ਰਿਕੁਇਜ਼ਿਟ ਸੀ, ਪ੍ਰੀ ਕੰਡੀਸ਼ਨ ਸੀਗੀ ਵੀ ਤੁਹਾਨੂੰ ਆਪਣਾ ਜਿਹੜਾ ਮਤਲਬ ਲਾਇਸੈਂਸ ਹੈ ਸਰਕਾਰ ਕੋਲ ਲੈਣਾ ਪਏਗਾ। ਹੁਣ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਇੰਡੀਆ ਉਸ ਟਾਈਮ ਸੋਸ਼ਲਿਸਟਿਕ ਪ੍ਰਿੰਸੀਪਲਸ ਤੋਂ ਇਨਫਲੂਐਂਸਡ ਸੀ, ਹੈ ਨਾ। ਤੇ ਜੇ ਤੁਸੀਂ ਇਕੋਨਮੀ ਦੇ ਮੇਰੇ ਲੈਕਚਰ ਦੇਖੇ ਤਾਂ ਫਸਟ ਲੈਕਚਰ ਆਪਾਂ ਕੀਤਾ ਸੀ ਸੋਸ਼ਲਿਜ਼ਮ ਕੈਪੀਟਲਿਜ਼ਮ ਤੇ ਉਹਦੇ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸੋਸ਼ਲਿਜ਼ਮ ਦੇ ਵਿੱਚ ਕੀ ਹੁੰਦਾ ਹੈ ਕਿ ਪ੍ਰੋਡਕਸ਼ਨ ਦੇ ਉੱਤੇ ਲਿਮਿਟ ਹੁੰਦੀ ਹੈ ਗਵਰਨਮੈਂਟ, ਕਿਉਂਕਿ ਪ੍ਰੋਡਕਸ਼ਨ ਜਿਹੜੀ ਹੈ ਗਵਰਨਮੈਂਟ ਹੈਂਡਸ ਦੇ ਵਿੱਚ ਹੁੰਦੀ ਹੈ ਤੇ ਉਹ ਜਿਹੜਾ ਮੇਨ ਸੋਸ਼ਲਿਜ਼ਮ ਦਾ ਜਿਹੜਾ ਮੇਨ ਏਮ ਹੁੰਦਾ ਲੋਕਾਂ ਨੂੰ ਇੰਪਲੋਇਮੈਂਟ ਪ੍ਰੋਵਾਈਡ ਕਰਨਾ, ਠੀਕ ਹੈ। ਤੇ ਇਸ ਕਰਕੇ ਸਰਕਾਰ ਕੀ ਹੈ, ਸਰਕਾਰ ਦਾ ਮੋਟਿਵ ਪ੍ਰੋਫਿਟ ਅਰਨ ਨਹੀਂ ਕਰਨਾ ਹੁੰਦਾ ਤੇ ਸਰਕਾਰ ਇਸ ਕਰਕੇ ਪ੍ਰੋਡਕਸ਼ਨ ਦੇ ਉੱਤੇ ਲਿਮਿਟ ਰੱਖਦੀ ਹੈ। ਜਦੋਂ ਕਿ ਕੈਪੀਟਲਿਜ਼ਮ ਦੀ ਜਦੋਂ ਆਪਾਂ ਗੱਲ ਕਰਦੇ ਤੇ ਕੈਪੀਟਲਿਜ਼ਮ ਦਾ ਮੇਨ ਮੋਟਿਵ ਹੀ ਪ੍ਰੋਫਿਟ ਅਰਨ ਕਰਨਾ ਹੁੰਦਾ ਹੈ, ਇਸ ਲਈ ਉਹਦੇ ਤੇ ਪ੍ਰੋਡਕਸ਼ਨ ਨੂੰ ਲੈ ਕੇ ਕੋਈ ਲਿਮਿਟ ਨਹੀਂ ਹੁੰਦੀ, ਠੀਕ ਹੈ। ਲਿਮਿਟਲੈਸ ਪ੍ਰੋਡਕਸ਼ਨ ਕੀਤੀ ਜਾਂਦੀ ਕੈਪੀਟਲਿਜ਼ਮ ਦੇ ਵਿੱਚ। ਬਟ ਸੋਸ਼ਲਿਸਟਿਕ ਕੰਟਰੀਜ਼ ਕੀ ਕਰਦੀਆਂ ਕਿ ਉਹਨਾਂ ਦੀ ਪ੍ਰੋਡਕਸ਼ਨ ਦੇ ਉੱਤੇ ਲਿਮਿਟ ਸੈੱਟ ਕੀਤੀ ਹੁੰਦੀ ਹੈ ਕਿ ਤੁਸੀਂ ਇੰਨੇ ਗੁੱਡਸ ਜਿਹੜੇ ਪ੍ਰੋਡਿਊਸ ਕਰ ਸਕਦੇ ਹੋ। ਸੋ ਉਸ ਟਾਈਮ ਕੀ ਸੀਗਾ ਕਿ ਜੇ ਤੁਸੀਂ ਗੁੱਡਸ ਦੀ ਪ੍ਰੋਡਕਸ਼ਨ ਨੂੰ ਐਕਸਪੈਂਡ ਕਰਨਾ ਹੈ ਤੇ ਤਾਂ ਵੀ ਤੁਹਾਨੂੰ ਲਾਇਸੈਂਸ ਜਿਹੜਾ ਲੈਣਾ ਪੈਣਾ ਆ ਗਵਰਨਮੈਂਟ ਕੋ। ਤੇ ਤੀਸਰੀ, ਜਿਵੇਂ ਤੀਸਰੇ ਨੰਬਰ ਤੇ ਲਿਖਿਆ ਹੋਇਆ ਕਿ ਗਵਰਨਮੈਂਟ ਜੇ ਕਨਵਿੰਸ ਹੋਏਗੀ ਕਿ ਹਾਂ ਵਾਕਿਆ ਇਕੋਨਮੀ ਨੂੰ ਜ਼ਰੂਰਤ ਹੈ, ਹੋਰ ਗੁੱਡਸ ਦੀ ਰਿਕੁਆਇਰਮੈਂਟ ਹੈ, ਫਿਰ ਹੀ ਉਹ ਤੁਹਾਨੂੰ ਲਾਇਸੈਂਸ ਗ੍ਰਾਂਟ ਕਰੇਗੀ ਆਪਣੀ ਪ੍ਰੋਡਕਸ਼ਨ ਨੂੰ ਐਕਸਪੈਂਡ ਕਰਨ ਦਾ। ਦੂਸਰੀ ਗੱਲ, ਜਿਹੜੇ ਬੈਕਵਰਡ ਰੀਜਨ ਸੀਗੇ ਕੰਟਰੀ ਦੇ, ਠੀਕ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਡਿਵੈਲਪ ਕਰਨ ਲਈ ਕੁਝ ਲਾਇਸੈਂਸਿੰਗ ਦਾ ਪ੍ਰੋਸੈਸ ਈਜ਼ੀ ਰੱਖਿਆ ਸੀ, ਪਲੱਸ ਸਬਸਿਡੀਜ਼ ਵਗੈਰਾ ਦਿੱਤੀਆਂ ਜਾਂਦੀਆਂ ਸੀ ਬਿਜਲੀ ਪਾਣੀ ਦੇ ਉੱਤੇ ਤਾਂ ਕਿ ਉਹਨਾਂ ਨੂੰ ਵੀ ਜਿਹੜੇ ਡਿਵੈਲਪਡ ਰੀਜਨਸ ਨੇ ਉਹ ਉਹਨਾਂ ਨੂੰ ਉਹਨਾਂ ਦੇ ਬਰਾਬਰ ਜਿਹੜਾ ਲਿਆਂਦਾ ਜਾ ਸਕੇ, ਠੀਕ ਹੈ, ਤਾਂ ਕਿ ਰੀਜਨਲ ਡਿਸਪੈਰਿਟੀਜ਼, ਰੀਜਨਲ ਇਨਇਕੁਐਲਿਟੀਜ਼ ਜਿਹੜੀਆਂ ਆ ਕੰਟਰੀ ਦੇ ਵਿੱਚੋਂ ਖਤਮ ਹੋਣ। ਜਿੱਦਾਂ IPR 1956 ਦੀ ਜਿਹੜੀ ਪੋਲਿਸੀ ਸੀਗੀ, ਠੀਕ ਹੈ, ਉਹਦੇ ਵਿੱਚ ਉਹਨਾਂ ਨੇ ਸਟ੍ਰੈਸ ਜ਼ਰੂਰ ਦਿੱਤਾ ਸੀ ਸਮਾਲ ਸਕੇਲ ਤੇ ਕਾਟੇਜ ਇੰਡਸਟਰੀ ਤੇ, ਬਟ ਇੰਨਾ ਜ਼ਿਆਦਾ ਉਹਨੂੰ ਪ੍ਰਮੋਟ ਨਹੀਂ ਕੀਤਾ। ਹੁਣ ਜਿਹੜੀ ਇੰਡਸਟਰੀਅਲ ਪੋਲਿਸੀ 1977 ਦੇ ਵਿੱਚ ਆਈ, ਜਨਤਾ ਗਵਰਨਮੈਂਟ ਨੇ ਲਿਆਂਦੀ ਸੀਗੀ, ਇਹਨੇ ਕਾਫੀ ਜ਼ਿਆਦਾ ਸਟ੍ਰੈਸ ਜਿਹੜਾ ਕਾਟੇਜ ਤੇ ਸਮਾਲ ਇੰਡਸਟਰੀਜ਼ ਦੇ ਵਿੱਚ ਉੱਤੇ ਦਿੱਤਾ ਤੇ ਪਲੱਸ ਇਹਦੇ ਤੇ ਮੇਨ ਇਹਨੇ ਕੀ ਕੀਤਾ ਕਿ ਜਿਹੜਾ ਸਮਾਲ ਸੈਕਟਰ ਸੀਗਾ ਉਹਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰਤਾ। ਪਹਿਲਾ ਕਾਟੇਜ ਐਂਡ ਹਾਊਸ ਹੋਲਡ ਸੈਕਟਰ, ਦੂਸਰਾ ਟਾਈਨੀ ਸੈਕਟਰ ਤੇ ਤੀਸਰਾ ਸਮਾਲ ਸਕੇਲ ਇੰਡਸਟਰੀਜ਼। ਸੋ ਇੰਡਸਟਰੀਅਲ ਪੋਲਿਸੀ 1977 ਨੇ ਇੱਕ ਨਵਾਂ ਯੂਨਿਟ ਕ੍ਰੀਏਟ ਕੀਤਾ ਜਿਹਨੂੰ ਕੀ ਕਿਹਾ ਗਿਆ, ਟਾਈਨੀ ਯੂਨਿਟ, ਠੀਕ ਹੈ। ਹੁਣ ਉਸ ਤੋਂ ਬਾਅਦ ਇਹਦੇ ਵਿੱਚ 1977 ਦੀ ਜਿਹੜੀ ਇੰਡਸਟਰੀਅਲ ਪੋਲਿਸੀ ਸੀਗੇ, ਇਹਨੇ ਲਾਰਜ ਸਕੇਲ ਇੰਡਸਟਰੀਜ਼ ਵਾਸਤੇ ਨਾ ਮਤਲਬ ਡਿਫਰੈਂਟ ਏਰੀਆਜ਼ ਪ੍ਰੈਸਕ੍ਰਾਈਬ ਕਰਤੇ ਵੀ ਜਿੱਦਾਂ ਆ ਬੇਸਿਕ ਇੰਡਸਟਰੀਜ਼ ਹੋਣਗੀਆਂ, ਠੀਕ ਹੈ, ਕੈਪੀਟਲ ਗੁੱਡਸ ਇੰਡਸਟਰੀਜ਼ ਦੇ ਵਿੱਚ ਜਿੰਨੇ ਕਰਨਾ ਕਰ ਲੈ ਇਨਵੈਸਟ, ਹਾਈ ਟੈਕਨੋਲੋਜੀ ਇੰਡਸਟਰੀਆਂ ਦੂਸਰੀਆਂ ਤੀਸਰੀਆਂ, ਠੀਕ ਹੈ। ਬਟ ਹੁਣ ਇਹਦੇ ਵਿੱਚ ਕੀ ਸੀਗਾ ਵੀ ਜਿਹੜੀਆਂ ਸਮਾਲ ਸਕੇਲ ਇੰਡਸਟਰੀ ਸੀਗੀਆਂ ਨਾ, ਜਿਹਨੂੰ ਅੱਜ ਦੀ ਡੇਟ 'ਚ ਆਪਾਂ MSME ਸੈਕਟਰ ਕਹਿੰਦੇ ਹਾਂ, ਠੀਕ ਆ, ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ। ਸੋ ਉਸ ਟਾਈਮ ਇਹਨੂੰ ਸਮਾਲ ਸਕੇਲ ਸੈਕਟਰ ਕਿਹਾ ਜਾਂਦਾ ਸੀ। ਉਹਦੇ ਵਾਸਤੇ ਕੁਝ ਆਈਟਮਸ ਰਿਜ਼ਰਵ ਰੱਖੀਆਂ ਸੀ ਵੀ ਜਿੱਦਾਂ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ, ਚਟਨੀ, ਅਚਾਰ ਵਗੈਰਾ, ਇਹੋ ਜਿਹੀਆਂ ਚੀਜ਼ਾਂ, ਬ੍ਰੈਡ ਬਣਾਉਣੀ, ਠੀਕ ਹੈ। ਸੋ ਇੱਦਾਂ ਦੇ ਜਿਹੜੇ ਆਈਟਮ ਸੀਗੀਆਂ ਇਹਨਾਂ ਵਾਸਤੇ ਰਿਜ਼ਰਵ ਕਰਤੀਆਂ ਵੀ ਇਹਨਾਂ ਦੇ ਉੱਤੇ ਜਿਹੜਾ ਆ ਯੂਨਿਟਸ ਇਹੀ ਕਰਨਗੇ ਸੈਟਅਪ। ਸੋ ਇਹ ਵੀ ਇੱਕ ਤਰ੍ਹਾਂ ਦਾ ਕ੍ਰਿਟਿਸਿਜ਼ਮ ਆਪਾਂ ਕਹਿ ਸਕਦੇ ਹਾਂ 1977 ਦੀ ਪੋਲਿਸੀ ਦਾ, ਵੀ ਇਹਨੇ ਜਿਹੜੇ ਲਾਰਜ ਬਿਜ਼ਨਸ ਹਾਊਸਿਸ ਸੀਗੇ ਉਹਨਾਂ ਦੇ ਸਕੋਪ ਨੂੰ ਰਿਸਟ੍ਰਿਕਟ ਕਰ ਦਿੱਤਾ ਸੀਗਾ, ਠੀਕ ਹੈ, ਕਿ ਤਾਂ ਕਿਉਂ ਕੀਤਾ ਗਿਆ ਤਾਂ ਕਿ ਉਹ ਕਿਸੇ ਵੀ ਯੂਨਿਟ ਨੂੰ ਲੈ ਕੇ ਮੋਨੋਪਲੀ ਨਾ ਕ੍ਰੀਏਟ ਕਰ ਸਕਣ, ਠੀਕ ਹੈ। ਸੋ ਉਹਨਾਂ ਨੂੰ ਪਰਟੀਕੂਲਰ ਯੂਨਿਟਸ ਜਿਹੜੇ ਸੀ ਪ੍ਰੈਸਕ੍ਰਾਈਬ ਕਰਤੇ ਵੀ ਤੁਸੀਂ ਇਹਨਾਂ ਦੇ ਉੱਤੇ ਜਿਹੜੇ ਇੰਡਸਟਰੀਅਲ ਯੂਨਿਟ ਲਗਾ ਸਕਦੇ ਹੋ। ਉਸ ਤੋਂ ਬਾਅਦ 80 ਦੇ ਵਿੱਚ ਫੇਰ ਪੋਲਿਸੀ ਆ ਇੰਡਸਟਰੀਅਲ ਪੋਲਿਸੀ। ਇਹਦੇ ਵਿੱਚ ਇਹਨਾਂ ਨੇ ਐਮਫੇਸਾਈਜ਼ ਕੀਤਾ ਕਿ ਜਿਹੜਾ ਆਪਾਂ ਡੋਮੈਸਟਿਕ ਮਾਰਕੀਟ ਆ ਉਹਦੇ ਸਾਨੂੰ ਕੰਪੀਟੀਸ਼ਨ ਪ੍ਰਮੋਟ ਕਰਨਾ ਚਾਹੀਦਾ, ਠੀਕ ਹੈ। ਤਾਂ ਮੋਨੋਪਲੀ ਜਿਹੜੀ ਆ ਉਹਨੂੰ ਰਿਸਟ੍ਰਿਕਟਿਵ ਮੋਨੋਪਲੀ ਜਾਂ ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਜਿਹੜੇ ਆ ਇਹਨਾਂ ਦੇ ਉੱਤੇ ਕਰਬ ਕਰਨਾ ਚਾਹੀਦਾ, ਕੰਟਰੋਲ ਕਰਨਾ ਚਾਹੀਦਾ ਆ, ਠੀਕ ਹੈ। ਅੱਜ ਦਾ ਅਨਫੇਅਰ ਟ੍ਰੇਡ ਪ੍ਰੈਕਟਿਸਿਸ ਵੀ ਆਪਾਂ ਕਹਿ ਦਿੰਦੇ ਹਾਂ, ਫਾਲਸ ਰਿਪਰੈਜ਼ੈਂਟੇਸ਼ਨ, ਮਿਸ ਰਿਪਰੈਜ਼ੈਂਟੇਸ਼ਨ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ MRTP ਦੇ ਅੰਡਰ ਇਹਨਾਂ ਨੇ ਬਾਅਦ ਵਿੱਚ MRTP ਐਕਟ ਲਿਆਂਦਾ ਸੀ ਤੇ ਉਹਦੇ ਵਿੱਚ ਇਹਨਾਂ ਨੇ ਉਹਦੇ 'ਤੇ ਕਾਫੀ ਜ਼ਿਆਦਾ ਕੰਟਰੋਲ ਕੀਤਾ।
सो MRTP मतलब मोनोपोलिस्टिक रिस्ट्रिक्टिव ट्रेड प्रैक्टिसिस एक्ट, ठीक है। सो ये जिहड़ा एक्ट सीगा दत्त कमेटी की रिकमेंडेशन के उत्ते आया सी एंड इट वॉज इनैक्टेड इन 1969 1969 ਦੇ ਵਿੱਚ ਇਹਨੂੰ ਇੰਪਲੀਮੈਂਟ ਕੀਤਾ ਗਿਆ ਤਾਂ ਕਿ ਜਿਹੜੀ ਇਕਨੋਮਿਕ ਪਾਵਰ ਹੈ ਉਹ ਕੁਛ ਅਮੀਰ ਹੱਥਾਂ ਦੇ ਵਿੱਚ ਹੀ ਰਹੇ, ਨਾ ਕਿ ਸਭ ਦੇ। ਸੋ ਔਨ ਦ ਬੇਸਿਸ ਆਫ ਦੱਤ ਕਮੇਟੀ ਇਟ ਵਾਸ ਇੰਪਲੀਮੈਂਟਡ। ਦੈਨ ਉਸ ਤੋਂ ਬਾਅਦ ਇੱਕ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਆਇਆ 1973 ਦੇ ਵਿੱਚ ਇਹ ਆਇਆ ਸੀਗਾ, ਬਟ ਲੇਟਰ ਔਨ ਇਹਨੂੰ ਰਿਪਲੇਸ ਕਰ ਦਿੱਤਾ ਗਿਆ ਸੀ ਫੇਮਾ ਦੇ ਨਾਲ, ਫੋਰਨ ਐਕਸਚੇਂਜ ਮੈਨੇਜਮੈਂਟ ਐਕਟ। ਜਿਹੜਾ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਸੀਗਾ ਇਹ ਮੈਂ ਲਿਖਿਆ ਨਹੀਂ, ਤੁਸੀਂ ਨੋਟ ਕਰ ਲਿਓ। ਇਹਨੂੰ ਫਿਨਾਂਸ ਮਿਨਿਸਟਰੀ ਜਿਹੜੀ ਸੀਗੀ ਓਵਰਲੁੱਕ ਕਰਦੀ ਸੀ, ਜਦ ਕਿ ਅੱਜ ਐਟ ਪ੍ਰੈਜ਼ੈਂਟ ਜਿਹੜਾ ਫੇਮਾ ਆ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਉਹਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਜਿਹੜਾ ਉਹ ਦੇਖਦੀ ਹੈ, ਠੀਕ ਹੈ। ਸੋ ਇੱਕ ਕੁਐਸਚਨ ਆ ਸਕਦਾ ਹੈ ਪੇਪਰ ਦੇ ਵਿੱਚ। ਹੁਣ ਇਹ ਜਿਹੜਾ 80 ਦੇ ਵਿੱਚ ਪੋਲਿਸੀ ਆਈ ਇਹਦਾ ਕੀ ਓਬਜੈਕਟਿਵ ਸੀਗਾ? ਸਭ ਤੋਂ ਪਹਿਲਾਂ ਕਿ ਇੰਡਸਟਰੀਅਲ ਸੈਕਟਰ ਨੂੰ ਲਿਬਰਲਾਈਜ਼ ਕੀਤਾ ਜਾਏ, ਠੀਕ ਹੈ, ਤਾਂ ਕਿ ਇੱਕ ਤਾਂ ਡੋਮੈਸਟਿਕ ਜਿਹੜੀ ਕੰਪੈਟੀਟਿਵਨੈਸ ਹੈ ਉਹ ਵਧੇ ਡੋਮੈਸਟਿਕ ਮਾਰਕੀਟ ਦੇ ਵਿੱਚ, ਅਤੇ ਦੂਸਰੀ ਗੱਲ ਕਿ ਜਿਹੜਾ ਮਤਲਬ ਐਕਸਪੋਰਟ ਹੈ, ਠੀਕ ਹੈ, ਉਹਦੀ ਕੰਪੈਟੀਟਿਵਨੈਸ ਵੀ ਵਧੇ, ਪਲੱਸ ਜਿਹੜੀ ਮਤਲਬ FDI ਆ ਹਾਈਟੈਕ ਏਰੀਆਜ਼ ਦੇ ਵਿੱਚ ਉਹ ਇੰਡੀਆ ਦੇ ਵਿੱਚ ਆਉਣੀ ਜਿਹੜੀ ਹੈ ਸ਼ੁਰੂ ਹੋਵੇ, ਟੈਕਨੋਲੋਜੀ ਅਪਗ੍ਰੇਡੇਸ਼ਨ, ਤਾਂ ਕਿ ਆਪਾਂ ਵੀ ਜਿਹੜੇ ਸਕਿੱਲਸ ਬਾਹਰਲੀਆਂ ਕੰਟਰੀਜ਼ ਵਾਲੇ ਇੱਥੇ ਯੂਟੀਲਾਈਜ਼ ਕਰ ਸਕੀਏ। ਹੁਣ ਇਹ ਬਹੁਤ ਇੰਪੋਰਟੈਂਟ ਹੈ, ਨਿਊ ਇੰਡਸਟਰੀਅਲ ਪੋਲਿਸੀ ਡਿਊਰਿੰਗ ਇਕਨੋਮਿਕ ਰਿਫਾਰਮਸ ਆਫ 1991, ਠੀਕ ਹੈ। ਉਦੋਂ ਇਕਨੋਮਿਕ ਇੰਸਟੇਬਿਲਿਟੀ ਚੱਲ ਰਹੀ ਸੀ ਅਤੇ ਉਦੋਂ ਅਨਾਊਂਸ ਕੀਤੀ ਗਈ। ਸੋ ਇਹਦੇ ਫੀਚਰਸ ਕੀ ਹੈ? ਸਭ ਤੋਂ ਪਹਿਲਾਂ ਡੀ ਰਿਜ਼ਰਵੇਸ਼ਨ ਆਫ ਪਬਲਿਕ ਸੈਕਟਰ, ਕਿ ਪਬਲਿਕ ਸੈਕਟਰ ਦੇ ਵਿੱਚ ਜਿੰਨੇ ਮਤਲਬ ਕੁਛ ਐਕਸਕਲੂਸਿਵ ਸੈਕਟਰ ਜਿਹੜੇ ਪਬਲਿਕ ਸੈਕਟਰ ਵਾਸਤੇ ਹੀ ਰੱਖੇ ਗਏ ਸੀਗੇ ਵੀ ਇਹੀ ਪਬਲਿਕ ਸੈਕਟਰ ਹੀ ਉਹਨਾਂ ਨੂੰ ਯੂਨਿਟਸ ਨੂੰ ਕ੍ਰੀਏਟ ਕਰੂਗਾ, ਸੋ ਉਸ ਚੀਜ਼ ਨੂੰ ਘਟਾਇਆ ਗਿਆ। ਬਟ ਫਿਰ ਵੀ 5 ਜਿਹੜੇ ਕੋਰ ਏਰੀਆ ਸੀਗੇ ਜਿਵੇਂ ਕਿ ਆਰਮਸ ਐਮਿਊਨੀਸ਼ਨ, ਅਟੋਮਿਕ ਐਨਰਜੀ, ਮਿਨਰਲ ਆਇਲਸ, ਰੇਲ ਟਰਾਂਸਪੋਰਟ ਅਤੇ ਮਾਈਨਿੰਗ, ਇਹ ਪਬਲਿਕ ਸੈਕਟਰ ਕੋਲ ਹੀ ਰਹੇ। ਪ੍ਰੈਜੈਂਟਲੀ ਸਿਰਫ 2 ਸੈਕਟਰ ਅਟੋਮਿਕ ਐਨਰਜੀ ਅਤੇ ਰੇਲਵੇਜ਼ ਆਪਰੇਸ਼ਨ ਜਿਹੜੇ ਆ ਪਬਲਿਕ ਸੈਕਟਰ ਦੇ ਕੋਲ ਐਕਸਕਲੂਸਿਵਲੀ ਰਿਜ਼ਰਵ ਨੇ। ਹੁਣ ਇਹ ਚੀਜ਼ ਤੁਹਾਡੇ ਲਈ ਇੰਪੋਰਟੈਂਟ ਹੈ, ਡੀ ਲਾਇਸੈਂਸਿੰਗ, ਠੀਕ ਹੈ, ਤੁਹਾਡਾ ਇੰਡਸਟਰੀਅਲ ਲਾਇਸੈਂਸ ਦੇ ਟੌਪਿਕ ਹੈ। ਸੋ ਇਹਦੇ ਵਿੱਚ ਕੀ ਸੀਗਾ ਕਿ ਪਹਿਲਾਂ ਜਿਵੇਂ ਆਪਾਂ ਦੇਖਿਆ ਕਿ ਹਰ ਇੱਕ ਪ੍ਰੋਡਕਟ ਨੂੰ ਜੇ ਤੁਸੀਂ ਐਕਸਪੈਂਡ ਵੀ ਕਰਨਾ ਤੁਹਾਨੂੰ ਜਿਹੜਾ ਹੈ ਲਾਇਸੈਂਸ ਲੈਣਾ ਪੈਂਦਾ, ਛੋਟਾ ਤੋਂ ਛੋਟਾ ਯੂਨਿਟ ਸੈਟਅਪ ਕਰਨਾ ਲਾਇਸੈਂਸ ਲੈਣਾ ਪੈਂਦਾ, ਕੋਈ ਵੀ ਕੰਮ ਹੈ ਤਾਂ ਉਹਦੇ ਵਾਸਤੇ ਸਰਕਾਰ ਕੋਲ ਪਰਮਿਸ਼ਨ ਲੈਣੀ ਪੈਂਦੀ ਇਨ ਦਾ ਫਾਰਮ ਆਫ ਲਾਇਸੈਂਸ। ਹੁਣ ਇਹਨਾਂ ਨੇ ਕੀ ਕੀਤਾ, ਜਦੋਂ 1991 ਦੀ ਪੋਲਿਸੀ ਆਈ ਅਤੇ ਜਿਹੜਾ ਲਾਇਸੈਂਸ ਸਿਸਟਮ ਸੀਗਾ, ਲਾਇਸੈਂਸ ਰਾਜ ਜਿਹਨੂੰ ਕਹਿ ਦਿੰਦੇ ਆਪਾਂ, ਇਹ ਖਤਮ ਕਰਤਾ। ਇਹ ਸਾਰੇ ਪ੍ਰੋਜੈਕਟਸ ਲਈ ਜਿਹੜਾ ਖਤਮ ਹੈ, ਐਕਸੈਪਟ ਕੁਛ ਸੈਕਟਰ ਸੀਗੇ, ਇਨੀਸ਼ੀਅਲੀ 5 ਸੀਗੇ, ਠੀਕ ਹੈ, ਕਿ ਇਹ ਜਿਹੜੇ ਉਹ ਵਾਲੇ ਸੈਕਟਰ ਸੀਗੇ ਜਿਨ੍ਹਾਂ ਦੇ ਕੋਈ ਸਿਕਿਉਰਿਟੀ ਕੰਸਰਨ ਸੀ ਜਾਂ ਇਨਵਾਇਰਮੈਂਟਲ ਕੰਸਰਨ ਸੀ ਜਾਂ ਸਟ੍ਰੈਟੇਜਿਕ ਕੰਸਰਨ ਸੀਗੇ, ਠੀਕ ਹੈ। ਸੋ ਇਹਨਾਂ ਵਾਸਤੇ ਜਿਹੜੀ ਹੈ ਲਾਇਸੈਂਸਿੰਗ ਅੱਜ ਵੀ ਹੈਗੀ ਹੈ। 5 ਦੇ ਵਿੱਚੋਂ 4 ਵਿੱਚ ਹੈਗੀ ਹੈ, 5ਵਾਂ ਸੀਗਾ ਅਲਕੋਹਲ ਫॉर ਹਿਊਮਨ ਕੰਜ਼ੰਪਸ਼ਨ, ਉਹਦੇ 'ਤੇ ਖਤਮ ਕਰ ਦਿੱਤੀ ਗਈ ਹੈ। ਇਨੀਸ਼ੀਅਲੀ 5 ਸੀ, ਸੋ ਹੁਣ 4 ਜਿਨ੍ਹਾਂ ਦੇ ਉੱਤੇ ਲਾਇਸੈਂਸਿੰਗ ਇਹ ਯੂਨਿਟਸ ਇਹਨਾਂ ਰਿਲੇਟਿਡ ਇਸਟੈਬਲਿਸ਼ ਕਰਨੇ ਆ ਅਤੇ ਲਾਇਸੈਂਸਿੰਗ ਦੀ ਰਿਕੁਆਇਰਮੈਂਟ ਜਿਹੜੀ ਹੈਗੀ ਹੈ। ਔਰ ਉਹ ਕਿਹੜੇ 4 ਸੈਕਟਰਸ ਦੀਆਂ ਕਿਹੜੇ 4 ਇੰਡਸਟਰੀਜ਼ ਨੇ? ਪਹਿਲੀ cigars and cigarettes made from tobacco and manufactured tobacco substitutes, दूसरी electronic aerospace and defense equipment all types, तीसरी industrial explosives including detonating fuses, safety fuses, gunpowder, nitrocellulose and matches, चौथा this chemicals such as hydrocyanic acid and its derivative, phosgene and its derivative, and isocyanates and diisocyanates of hydrocarbon not specified elsewhere, मतलब होर ਜਿਹੜੇ ਕਿਤੇ ਵੀ ਕਿਸੇ ਵੀ ਪ੍ਰੋਵੀਜ਼ਨ ਦੇ ਅੰਡਰ ਨਹੀਂ ਮੈਂਸ਼ਨ ਕੀਤੇ ਗਏ, ਜਿਸ ਤਰ੍ਹਾਂ ਕਿ ਮਿਥਾਈਲ ਆਈਸੋਸਾਇਨੇਟ। ਦੈਨ ਉਸ ਤੋਂ ਬਾਅਦ ਨੈਕਸਟ ਇਹਨਾਂ ਨੇ ਕੀ ਕੀਤਾ, ਇਹਦੇ ਵਿੱਚ ਪੋਲਿਸੀ ਦੇ ਵਿੱਚ ਡਿਸਇਨਵੈਸਟਮੈਂਟ ਨੂੰ ਇੱਕ ਟੂਲ ਜਿਹੜਾ ਲੈ ਕੇ ਆਏ ਪਬਲਿਕ ਸੈਕਟਰ ਦਾ, ਜਿਵੇਂ ਕਿ ਆਪਾਂ ਐਗਜ਼ਾਮਪਲ ਤੁਹਾਨੂੰ ਪਹਿਲਾਂ ਵੀ ਦਿੱਤੀ ਸੀ, ਜਿਵੇਂ ਏਅਰ ਇੰਡੀਆ ਦਾ ਡਿਸਇਨਵੈਸਟਮੈਂਟ ਕੀ ਹੁੰਦਾ, ਜਿੱਤੋਂ ਗੌਰਮੈਂਟ ਦੀ ਹੀ ਉਹ ਜਿਹੜੀ ਆਰਗੇਨਾਈਜੇਸ਼ਨ ਹੋਵੇ ਔਰ ਗੌਰਮੈਂਟ ਉਹਦਾ ਕੁਛ ਸਟੇਕ ਵੇਚ ਕੇ ਜਾਂ ਪੂਰਾ ਸਟੇਕ ਵੇਚ ਕੇ ਜਿਹੜਾ ਆਪਣਾ ਫਿਸਕਲ ਡੈਫਿਸਿਟ ਪੂਰਾ ਕਰਦੀ ਹੈ। ਸੋ ਜਾਂ ਫਿਰ ਜਿਹੜੀ ਕੋਈ ਵੀ ਇਹੋ ਜਿਹਾ ਪਬਲਿਕ ਸੈਕਟਰ ਯੂਨਿਟ ਜਿਹੜਾ ਘਾਟੇ ਦੇ ਵਿੱਚ ਹੋਵੇ, ਠੀਕ ਹੈ, ਤਾਂ ਸਰਕਾਰ ਕੀ ਕਰਦੀ ਹੈ, ਉਹਨੂੰ ਵੇਚ ਦਿੰਦੀ ਹੈ। ਸੋ ਡਿਸਇਨਵੈਸਟਮੈਂਟ ਇਹਨਾਂ ਨੇ ਕਿਹਾ ਵੀ ਕਰੋ ਤਾਂ ਕਿ ਜਿਹੜੇ ਮਤਲਬ ਇਸ ਪਬਲਿਕ ਸੈਕਟਰਸ ਨੇ ਇਹਨਾਂ ਦੀ ਥੋੜ੍ਹੀ ਜਿਹੀ ਐਫੀਸ਼ੀਐਂਸੀ ਇਨਹਾਂਸ ਹੋਵੇ। ਦੈਨ ਉਸ ਤੋਂ ਬਾਅਦ ਲਿਬਰਲਾਈਜੇਸ਼ਨ ਆਫ ਫੋਰਨ ਇਨਵੈਸਟਮੈਂਟ, ਕਿ ਫੋਰਨ ਇਨਵੈਸਟਮੈਂਟ ਜਿੱਦਾਂ ਆਪਾਂ ਪਹਿਲਾਂ ਪੜ੍ਹਿਆ ਸੀਗਾ ਵੀ ਬਹੁਤ ਹੀ ਜ਼ਿਆਦਾ ਟੈਰਿਫ ਸਟਰਕਚਰ ਹਾਈ ਸੀਗਾ, ਠੀਕ ਆ, ਐਂਡ ਦੂਸਰੀ ਗੱਲ ਬਾਹਰਲੀਆਂ ਫੋਰਨ ਕੰਪਨੀਜ਼ ਨੂੰ ਇੱਧਰ ਡਿਸਕਰੇਜ ਕੀਤਾ ਜਾਂਦਾ ਸੀ ਵੀ ਨਾ ਇਨਵੈਸਟ ਕਰਨ। ਬਟ ਇਹਦੇ ਵਿੱਚ ਲਿਬਰਲਾਈਜੇਸ਼ਨ ਦੀ ਪੋਲਿਸੀ ਆਈ 1991 ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਫੋਰਨ ਕੰਪਨੀਜ਼ ਨੂੰ ਅਲਾਓ ਕੀਤਾ ਇੰਡੀਆ ਦੇ ਵਿੱਚ ਮੈਜੋਰਿਟੀ ਸਟੇਕ ਲੈਣ ਲਈ ਇਨ 47 ਹਾਈ ਪ੍ਰਾਇਓਰਿਟੀ ਇੰਡਸਟਰੀਜ਼ ਅਪ ਟੂ 51% ਆਫ FDI ਵਾਜ਼ ਅਲਾਉਡ। FDI ਜਿਹੜੀ 2 ਤਰੀਕੇ ਨਾਲ ਹੁੰਦੀ ਹੈ, ਇੱਕ ਹੁੰਦੀ ਆਟੋਮੈਟਿਕ ਰੂਟ ਅਤੇ ਇੱਕ ਹੁੰਦੀ ਹੈ ਗਵਰਨਮੈਂਟ ਰੂਟ, ਠੀਕ ਹੈ।
सो ਆਟੋਮੈਟਿਕ ਰੂਟ ਦੇ ਵਿੱਚ ਕੀ ਹੁੰਦਾ ਹੈ ਕਿ ਮਤਲਬ ਗਵਰਨਮੈਂਟ ਦੀ ਜਿਹੜੀ ਹੈ ਪਰਮਿਸ਼ਨ ਨਹੀਂ ਚਾਹੀਦੀ ਹੁੰਦੀ, ਠੀਕ ਹੈ, ਇੰਡਸਟਰੀਅਲ ਯੂਨਿਟ ਸੈਟਅਪ ਕਰਨ ਲਈ ਜਾਂ ਇਨਵੈਸਟ ਕਰਨ ਲਈ ਇੰਡੀਆ ਦੇ ਵਿੱਚ। ਬਟ ਜਿਹੜਾ ਹੁੰਦਾ ਹੈ ਗਵਰਨਮੈਂਟ ਰੂਟ, ਉਹਦੇ ਵਿੱਚ ਗਵਰਨਮੈਂਟ ਦੀ ਪ੍ਰਾਇਰ ਪਰਮਿਸ਼ਨ ਜਿਹੜੀ ਹੈ, ਅਪਰੂਵਲ ਜਿਹੜੀ ਹੈ ਲੈਣੀ ਪੈਂਦੀ ਹੈ। ਸੋ ਫॉर एक्सपोर्ट ट्रेडिंग हाउसेस FDI up to 74% was allowed. Today there are numerous sectors in the economy where government allows 100% FDI। ਆਪਾਂ ਐਂਡ ਤੇ ਉਹ ਵੀ ਕੁਝ ਸੈਕਟਰਸ ਦੇਖ ਲਾਂਗੇ ਜਿਹਦੇ ਵਿੱਚ ਮਤਲਬ ਇਸ ਵੇਲੇ ਕਿੰਨੀ FDI ਜਿਹੜੀ ਹੈ ਡਿਫਰੈਂਟ ਰੂਟਸ ਦੇ ਥਰੂ ਅਲਾਉਡ ਆ। ਦੈਨ ਉਸ ਤੋਂ ਬਾਅਦ ਫੋਰਨ ਟੈਕਨੋਲੋਜੀ ਐਗਰੀਮੈਂਟ ਕੇ ਬਾਹਰਲੀਆਂ ਜਿਹੜੀਆਂ ਟੈਕਨੋਲੋਜੀ ਉਹਨਾਂ ਨੂੰ ਯੂਟੀਲਾਈਜ਼ ਕਰਨ ਲਈ ਇੰਡੀਆ ਦੇ ਵਿੱਚ, ਠੀਕ ਹੈ, ਐਗਰੀਮੈਂਟ ਦੀ ਅਪਰੂਵਲ ਹੋਈ। ਦੈਨ ਉਸ ਤੋਂ ਬਾਅਦ MRTP ਐਕਟ ਜਿਹੜਾ ਨੂੰ ਅਮੈਂਡ ਕੀਤਾ ਗਿਆ, ਜਿਹੜੀਆਂ ਥ੍ਰੈਸ਼ਹੋਲਡ ਲਿਮਿਟਸ ਲਗਾਈਆਂ ਸੀ ਐਸੈਟਸ ਦੇ ਉੱਤੇ ਉਹਨੂੰ ਰਿਮੂਵ ਕਰਨ ਲਈ। MRTP ਐਕਟ ਦੇ ਵਿੱਚ ਨਾ ਇਹਨਾਂ ਨੇ ਲਿਮਿਟ ਰੱਖੀ ਹੋਈ ਸੀਗੀ ਵੀ ਜਿੱਦਾਂ ਕੰਪਨੀਜ਼ ਹੈ ਜਿਨ੍ਹਾਂ ਦੇ ਐਸੈਟ 1000 ਕਰੋੜ ਹੈ ਜਾਂ ਤਾਂ ਉਹ, ਤੇ ਜਾਂ ਫਿਰ ਜਿਹੜੀਆਂ ਕੰਪਨੀਜ਼ ਦੀ ਜਿਹੜੀ ਐਨੂਅਲ ਟਰਨ-ਓਵਰ ਆ ਉਹ 3000 ਕਰੋੜ ਹੈਗੀ ਹੈ ਜਾਂ ਉਸ ਤੋਂ ਵੱਧ ਹੈ, ਠੀਕ ਹੈ। ਸੋ ਉਹਨਾਂ ਕੰਪਨੀਜ਼ ਦੇ ਉੱਤੇ ਯਾਨੀ ਕਿ 1000 ਕਰੋੜ ਐਸੈਟ ਜਾਂ ਫਿਰ 3000 ਕਰੋੜ ਟਰਨ-ਓਵਰ ਐਨੂਅਲ ਆ, ਤੇ ਉਹਨਾਂ ਦੇ ਉੱਤੇ MRTP ਐਕਟ ਦੀਆਂ ਪ੍ਰੋਵੀਜ਼ਨਸ ਜਿਹੜੀਆਂ ਆ ਉਹ ਅਪਲਾਈ ਹੋਣਗੀਆਂ। ਸੋ ਇਹਨੂੰ ਅਮੈਂਡ ਕਰਕੇ ਜਿਹੜੀਆਂ ਥ੍ਰੈਸ਼ਹੋਲਡ ਲਿਮਿਟ ਸੀਗੀਆਂ ਉਹਨੂੰ ਰਿਮੂਵ ਕੀਤਾ ਗਿਆ। ਐਂਡ ਉਸ ਤੋਂ ਬਾਅਦ ਜਿਹੜਾ ਹੌਲੀ ਇਸ ਤੋਂ ਬਾਅਦ ਇਹ ਜਿਹੜਾ MRTP ਐਕਟ ਹੈ ਇਹਨੂੰ ਕੰਪੀਟੀਸ਼ਨ ਐਕਟ 2002 ਦੇ ਨਾਲ ਰਿਪਲੇਸ ਕਰ ਦਿੱਤਾ ਗਿਆ। ਇਸ ਵੇਲੇ ਜਿਹੜਾ ਆਪਣਾ ਇਹ ਚੱਲ ਰਿਹਾ ਹੈਗਾ, ਇਹ ਹੈਗਾ ਕੰਪੀਟੀਸ਼ਨ ਐਕਟ 2002, ਰਾਈਟ। ਜਿਹੜਾ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਆ ਉਹ ਵੀ ਇਸੇ ਐਕਟ ਦੇ ਅੰਡਰ ਹੀ ਇਸਟੈਬਲਿਸ਼ ਕੀਤਾ ਗਿਆ ਆ। ਔਰ ਅੱਜ ਕੱਲ੍ਹ ਇਹ ਕਾਫੀ ਨਿਊਜ਼ 'ਚ ਵੀ ਰਹਿ ਰਿਹਾ ਐਂਟੀ ਟਰਸਟ ਲਾਜ਼, ਹੈ ਨਾ। ਸੋ ਇਹ ਵੀ ਐਂਟੀ ਟਰਸਟ ਲਾਅ ਆ ਇੰਡੀਆ ਦਾ, ਕੰਪੀਟੀਸ਼ਨ ਐਕਟ 2002। ਸੋ ਇਹ ਕਿਹੜੀ ਕਮੇਟੀ ਦੇ ਉੱਤੇ ਰਿਕਮੈਂਡੇਸ਼ਨ 'ਤੇ ਸੈਟਅਪ ਕੀਤਾ ਗਿਆ ਸੀ? SVS ਰਾਘਵਨ ਕਮੇਟੀ। ਸੋ ਇਹ ਵੀ ਇੰਪੋਰਟੈਂਟ ਹੈ, ਯਾਦ ਰੱਖ ਲਿਓ। ਇਹਦਾ ਓਬਜੈਕਟਿਵ ਕੀ ਸੀਗਾ? ਇਟਸ ਓਬਜੈਕਟਿਵ ਵਾਸ ਟੂ ਪ੍ਰਮੋਟ ਕੰਪੀਟੀਸ਼ਨ ਬਾਈ ਕ੍ਰੀਏਟਿੰਗ ਐਨ ਇਨੇਬਲਿੰਗ ਐਨਵਾਇਰਨਮੈਂਟ। ਸੋ ਇੰਡੀਆ ਦਾ ਐਂਟੀ ਟਰਸਟ ਲਾਅ ਆ ਇਹ, ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਇਹਦੇ ਅੰਡਰ ਸੈਟਅਪ ਕੀਤਾ ਗਿਆ ਆ, ਔਰ MRTP ਐਕਟ ਨੂੰ ਇਹਨੇ ਰਿਪਲੇਸ ਕੀਤਾ ਆ। ਸੋ ਇਹ ਤੁਸੀਂ ਯਾਦ ਰੱਖਣਾ ਆ। ਦੈਨ ਉਸ ਤੋਂ ਬਾਅਦ ਕਿਵੇਂ ਮਤਲਬ ਲਾਇਸੈਂਸ ਰਾਜ ਕਿਵੇਂ ਡਿਵੈਲਪ ਹੋਇਆ? ਸਭ ਤੋਂ ਪਹਿਲਾਂ ਜਿਹੜੇ ਮਤਲਬ ਰਾਜਾ ਜੀ ਸੀਗੇ ਫਾਊਂਡਰ ਆਫ ਸੁਤੰਤਰ ਪਾਰਟੀ, ਉਹਨਾਂ ਨੇ 1950s ਦੇ ਵਿੱਚ ਇਹ ਟਰਮ ਕੋਟਾ ਪਰਮਿਟ ਲਾਇਸੈਂਸ ਰਾਜ ਕੋਇਨ ਕੀਤੀ ਸੀਗੀ ਟੂ ਡਿਸਕ੍ਰਾਈਬ ਇੰਡੀਅਨ ਮਾਡਲ ਆਫ ਸੋਸ਼ਲਿਜ਼ਮ। ਸੋ ਆਪਾਂ ਪੜ੍ਹਿਆ ਹੈ ਕਿਸ ਤਰ੍ਹਾਂ ਡਿਵੈਲਪ ਹੋਇਆ। ਸਭ ਤੋਂ ਪਹਿਲਾਂ ਇੰਡਸਟਰੀਅਲ ਪੋਲਿਸੀ 1948 ਆਈ ਜਿਹਨੇ ਕਿ ਮੋਨੋਪਲੀ ਕ੍ਰੀਏਟ ਕੀਤੀ ਗਵਰਨਮੈਂਟ ਦੀ ਇਨ ਆਰਮਾਮੈਂਟਸ, ਐਟੋਮਿਕ ਐਨਰਜੀ, ਰੇਲ ਰੋਡਸ, ਹੈ ਨਾ। ਦੈਨ ਮਿਨਰਲਸ, ਆਇਰਨ, ਸਟੀਲ, ਏਅਰਕ੍ਰਾਫਟ ਮੈਨੂਫੈਕਚਰਿੰਗ, ਸ਼ਿਪ ਬਿਲਡਿੰਗ, ਟੈਲੀਫੋਨ ਐਂਡ ਟੈਲੀਗ੍ਰਾਫ ਦੇ ਵਿੱਚ। ਦੈਨ ਉਸ ਤੋਂ ਬਾਅਦ 1956 ਦੀ ਪਾਲਿਸੀ ਆਈ ਜਿਹਦੇ ਵਿੱਚ 17 ਇੰਡਸਟਰੀ ਸਕੇਡਿਊਲ ਏ ਤੇ ਫਿਰ ਉਸ ਤੋਂ ਬਾਅਦ 12 ਇੰਡਸਟਰੀ ਸਕੇਡਿਊਲ ਬੀ ਦੇ ਵਿੱਚ ਰੱਖੀਆਂ, ਜਿਹਦੇ ਕੋ ਕੁਛ ਇਤਨਾ ਸੈਂਟਰ ਕੋ ਮੋਨੋਪਲੀ ਰੱਖੀ, ਕੁਛ ਸਟੇਟ ਨੂੰ ਦੇ ਦਿੱਤੀਆਂ। ਦੈਨ ਉਸ ਤੋਂ ਬਾਅਦ 1956 ਦੇ ਵਿੱਚ ਲਾਈਫ ਇੰਸ਼ੋਰੈਂਸ ਦਾ ਬਿਜ਼ਨਸ ਜਿਹੜਾ ਸੀ LIC, ਹੈ ਨਾ, ਉਹਨੂੰ ਨੈਸ਼ਨਲਾਈਜ਼ ਹੋ ਗਿਆ। ਦੈਨ 1969 ਦੇ ਵਿੱਚ ਜਿਹੜੇ ਲਾਰਜ ਕਮਰਸ਼ੀਅਲ ਬੈਂਕਸ ਸੀਗੇ ਉਹਨਾਂ ਨੂੰ ਨੈਸ਼ਨਲਾਈਜ਼ ਕੀਤਾ ਗਿਆ। 1969 ਦੇ ਵਿੱਚ MRTP ਐਕਟ ਆਇਆ, ਠੀਕ ਹੈ। ਔਰ 1973 ਦੇ ਵਿੱਚ ਜਨਰਲ ਇੰਸ਼ੋਰੈਂਸ ਬਿਜ਼ਨਸ ਜਿਹੜਾ ਸੀਗਾ ਉਹਨੂੰ ਨੈਸ਼ਨਲਾਈਜ਼ ਕਰ ਦਿੱਤਾ ਗਿਆ, ਜਿਹਦੇ ਵਿੱਚ NIC ਵਗੈਰਾ, ਨੈਸ਼ਨਲ ਇੰਸ਼ੋਰੈਂਸ, ਨਿਊ ਇੰਡੀਆ ਇੰਸ਼ੋਰੈਂਸ, ਯੂਨਾਈਟਿਡ ਇੰਡੀਆ ਵਗੈਰਾ ਉਹ ਸਾਰਾ ਕੁਛ ਆਉਂਦਾ ਹੈ, ਓਰੀਐਂਟਲ ਆਉਂਦੇ। ਦੈਨ ਉਸ ਤੋਂ ਬਾਅਦ 14 ਕਮਰਸ਼ੀਅਲ ਬੈਂਕਸ, ਉਹੀ ਕਿ ਲਾਰਜ ਕਮਰਸ਼ੀਅਲ ਬੈਂਕਸ ਜਿਹੜੇ 1969 ਦੇ ਵਿੱਚ ਨੈਸ਼ਨਲਾਈਜ਼ ਕਰ ਦਿੱਤੇ ਗਏ। ਹੁਣ ਇਹਦੇ ਆਊਟਕਮ ਸੀਗੇ ਨਿਊ ਇੰਡਸਟਰੀਅਲ ਪੋਲਿਸੀ ਦੇ। ਸਭ ਤੋਂ ਪਹਿਲਾਂ ਤਾਂ ਜਿਹੜਾ ਲਾਇਸੈਂਸ ਪਰਮਿਟ ਕੋਟਾ ਰਾਜ ਸੀਗਾ ਇਹ ਖਤਮ ਹੋਇਆ, ਰਾਈਟ। ਔਰ ਜੋ ਵੀ ਮਤਲਬ ਇੰਡਸਟਰੀਅਲ ਗਰੋਥ ਦੇ ਵਿੱਚ ਬਿਊਰੋਕ੍ਰੈਟਿਕ ਹਰਡਲਸ ਕਿਉਂ ਇਹਨੂੰ ਕਿਹਾ ਜਾਂਦਾ? ਕਿਉਂਕਿ ਉਦੋਂ ਕਹਿੰਦੇ ਹੁੰਦੇ ਸੀ ਵੀ ਇੰਸਪੈਕਟਰ ਰਾਜ ਆ, ਵੀ ਕਿਉਂਕਿ ਲਾਇਸੈਂਸ ਲੈਣ ਲਈ ਜਿਹੜੀਆਂ ਕੰਪਨੀ ਸੀਗੀਆਂ ਉਹਨਾਂ ਨੂੰ ਚੰਗਾ ਪੈਸੇ ਦਾ ਚੜਾਵਾ ਕਰਨਾ ਪੈਂਦਾ ਸੀਗਾ, ਰਾਈਟ। ਸੋ ਕਰਪਸ਼ਨ ਵੀ ਬਹੁਤ ਜ਼ਿਆਦਾ ਹੋ ਗਈ ਉਹਦੇ ਨਾਲ। ਦੈਨ ਉਸ ਤੋਂ ਬਾਅਦ ਪਬਲਿਕ ਸੈਕਟਰ ਦਾ ਰੋਲ ਜਿਹੜਾ ਸੀਗਾ ਉਹਨੂੰ ਲਿਮਿਟ ਕਰਨ ਦੇ ਵਜ੍ਹਾ ਦੇ ਨਾਲ ਗਵਰਨਮੈਂਟ ਦਾ ਜਿਹੜਾ ਬਰਡਨ ਸੀਗਾ ਕਾਫੀ ਹੱਦ ਤੱਕ ਰਿਡਿਊਸ ਹੋਇਆ, ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਇਨਵੈਸਟਮੈਂਟ ਜਿਹੜੀ ਸੀਗੀ ਉਹ ਵਧੀ। ਦੈਨ ਉਸ ਤੋਂ ਬਾਅਦ MNC ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਵਗੈਰਾ ਸੀਗਾ ਉਹਨਾਂ ਦੀ ਐਂਟਰੈਂਟ ਵਾਸਤੇ ਰਸਤਾ ਜਿਹੜਾ ਖੁੱਲਿਆ, ਪ੍ਰਾਈਵੇਟਾਈਜੇਸ਼ਨ ਦਾ ਰਸਤਾ ਖੁੱਲਿਆ। MRTP ਐਕਟ ਦੇ ਉੱਤੇ ਜੋ ਵੀ ਐਸੈਟ ਦੇ ਉੱਤੇ ਥ੍ਰੈਸ਼ਹੋਲਡ ਲਿਮਿਟਸ ਲਗਾਈਆਂ ਸੀ ਉਹਨਾਂ ਨੂੰ ਰਿਮੂਵ ਕੀਤਾ ਗਿਆ। ਲਾਇਸੈਂਸਿੰਗ ਨੂੰ ਲਿਬਰਲ ਕੀਤਾ ਗਿਆ, ਹੈ ਨਾ। ਜਿਵੇਂ 5 ਦੇ ਵਿੱਚ ਆਪਾਂ ਇਨੀਸ਼ੀਅਲੀ ਕਿਹਾ ਸੀਗਾ 5 ਦੇ ਵਿੱਚ ਅਲਾਉਡ ਸੀਗੀ, ਬਾਅਦ ਵਿੱਚ 4 ਕੈਟਾਗਰੀਜ਼ ਦੇ ਵਿੱਚ ਹੀ ਲਾਇਸੈਂਸਿੰਗ ਰਹਿ ਗਈ ਜਿਨ੍ਹਾਂ ਦੇ ਉੱਤੇ ਇਨਵਾਇਰਮੈਂਟਲ, ਸੁਸਾਇਟੀ ਵਗੈਰਾ ਦੇ ਜੋ ਵੀ ਕੰਸਰਨਸ ਸੀਗੇ। ਦੈਨ ਉਸ ਤੋਂ ਬਾਅਦ ਆਲ ਦਿਸ ਰਿਜ਼ਲਟਡ ਇਨ ਇਨਕਰੀਜ਼ਡ ਕੰਪੀਟੀਸ਼ਨ ਐਂਡ ਲੋਅਰ ਪ੍ਰਾਈਸਿਸ ਇਨ ਮੈਨੀ ਗੁੱਡ ਸੱਚ ਐਜ਼ ਇਲੈਕਟ੍ਰੋਨਿਕ ਪ੍ਰਾਈਸਿਸ, ਠੀਕ ਹੈ। ਕਾਫੀ ਚੀਜ਼ਾਂ ਜਿਹੜੀਆਂ ਸਸਤੀਆਂ ਵੀ ਹੋਈਆਂ। ਦਿਸ ਬਰੋਡ ਡੋਮੈਸਟਿਕ ਐਜ਼ ਵੈਲ ਐਜ਼ ਫੋਰਨ ਇਨਵੈਸਟਮੈਂਟ ਇਨ ਆਲਮੋਸਟ ਐਵਰੀ ਸੈਕਟਰ ਓਪਨ ਟੂ ਪ੍ਰਾਈਵੇਟ ਸੈਕਟਰ। LPG ਦੀ ਜਿਹੜੀ ਪਾਲਿਸੀ ਆਈ ਸੀਗੀ ਉਹਦੇ ਨਾਲ ਐਕਸਪੋਰਟਸ ਨੂੰ ਇਨਕਰੀਜ਼ ਹੋਣ ਲਈ ਵੀ ਐਫਰਟਸ ਜਿਹੜੇ ਸੀਗੇ
काफ़ी ज़्यादा कीते गए, जिवें कि नवे नवे कॉन्सैप्ट एग्जिस्टेंस दे विच आए, स्पैशल इकनॉमिक जोनस वगैरह, एग्री एक्सपोर्ट जोनस वगैरह। सो ऑल दीज हैव बैनीफिटेड द एक्सपोर्ट सैक्टर ऑफ कंट्री। हुण आपां गल करते हैं इंडस्ट्री लाइसेंसिंग दी, इंडस्ट्रीयल लाइसेंसिंग नॉर्म्स एंड पॉलिसीज़। सो जिवें कि मैं स्टार्टिंग च की तुहानूं दस दित्ता सीगा भी जिहड़ा 1951 दा एक्ट आया सीगा इंडस्ट्रीयल डिवेलपमेंट रैगूलेटरी एक्ट, ਉਹਦੇ अंडर ही ਜਿਹੜੇ इंडस्ट्रीयल लाइसेंसिस ने वो रैगूलेट ਕੀਤੇ ਜਾਂਦੇ ਨੇ। ਇਨੀਸ਼ੀਅਲੀ ਲਾਇਸੈਂਸਿੰਗ ਗ੍ਰਾਂਟ ਦਾ ਕੰਮ ਜਿਹੜਾ ਸੀਗਾ ਸੈਕਟਰੀਏਰੀਅਲ ਆਫ ਇੰਡਸਟਰੀਅਲ ਅਸਿਸਟੈਂਸ ਕੋਲ ਸੀਗਾ, ਲੇਕਿਨ ਹੁਣ ਐਟ ਪ੍ਰੈਜ਼ੈਂਟ ਜਿਹੜਾ ਡਿਪਾਰਟਮੈਂਟ ਫॉर ਪ੍ਰਮੋਸ਼ਨ ਆਫ ਇੰਡਸਟਰੀਜ਼ ਐਂਡ ਇੰਟਰਨਲ ਟ੍ਰੇਡ ਕੋਲ ਹੈ, ਰਾਈਟ। ਸੋ ਲਿਬਰਲਾਈਜੇਸ਼ਨ ਦੀ ਪਾਲਿਸੀ ਆਉਣ ਤੋਂ ਬਾਅਦ ਲਾਇਸੈਂਸਿੰਗ ਨੋਰਮਸ ਜਿਹੜੇ ਸੀ ਕਾਫੀ ਈਜ਼ ਹੋ ਗਏ। ਆਪਾਂ ਪੜ੍ਹਿਆ ਹੈ ਨਾ ਵੀ ਕਾਫੀ ਮੇਜਰ ਜਿਹੜੀਆਂ ਇੰਡਸਟਰੀ ਸੀਗੀਆਂ ਉਹਨਾਂ ਨੂੰ ਐਗਜ਼ੈਂਪਟ ਕਰ ਦਿੱਤਾ ਗਿਆ ਵੀ ਤੁਹਾਨੂੰ ਲਾਇਸੈਂਸਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਐਂਡ ਕੁਛ ਸਿਰਫ ਇੱਕ ਆਦ ਇੰਡਸਟਰੀ ਸੀਗੀਆਂ ਜਿਨ੍ਹਾਂ ਦੇ ਇਨਵਾਇਰਮੈਂਟਲ ਜਾਂ ਸੇਫਟੀ ਕੰਸਰਨ ਸੀ ਜਾਂ ਸਿਕਿਉਰਿਟੀ ਕੰਸਰਨ ਸੀਗੇ, ਉਹਨਾਂ ਨੂੰ ਇੰਡਸਟਰੀਅਲ ਲਾਇਸੈਂਸਿੰਗ ਜਿਹੜੀ ਆ ਉਹਦੇ ਲਈ ਅਪਲਾਈ ਕਰਨਾ ਪੈਂਦਾ। ਐਂਡ ਫਰਦਰ ਮੋਰ ਜਿਹੜਾ ਇਹ IDRA ਐਕਟ ਸੀਗਾ 1951 ਦਾ, ਉਹਦੇ ਤਹਿਤ ਇਹਨੇ ਮਤਲਬ ਮੈਨੂਫੈਕਚਰਿੰਗ ਯੂਨਿਟਸ ਦੇ ਉੱਤੇ ਰਿਸਟ੍ਰਿਕਸ਼ਨਸ ਵੀ ਇੰਪੋਜ਼ ਕੀਤੀਆਂ ਵੀ ਤੁਹਾਨੂੰ ਜੇ ਤੁਸੀਂ ਕੋਈ ਹੋਰ ਨਵਾਂ यूनिट इस्टैबलिश करना है तो तुहानूं अपना लाइसेंस रीन्यू कराउणा पऊगा। दैन उस तो बाद इंडस्ट्रीयल अगर इस्टैबलिशमेंट्स की गल करिए, इंडिया दे विच जिहड़ी लाइसेंसिंग है वो दो केस दे विच दित्ती जांदी है। पहला ਜਾਂ तो वो इंडस्ट्रीज कंपलसरी लाइसेंसिंग के अंडर आउंदियां होण, जिवें कि आपां पढ़ियां सीगियां 4 इनीशियली 5 सीगियां, हुण 4 ने। ते दूसरा जेकर वो इंडस्ट्रीयल अंडरटेकिंग्स जिहड़ियां आ कुछ लोकेशन रिस्ट्रिक्शनस नूं अट्रैक्ट करदियां भी, कई वारी हुंदा ना कि लोकेशन दे उत्ते रिस्ट्रिक्शन लगी हुंदी भी ये संघनी आबादी दे विच इहो जी इंडस्ट्री जिहड़ी आ नहीं लाउणी चाहीदी। सो इहो जिहियां इंडस्ट्रीज नूं भी लाइसेंस जिहड़ा लैणा पैंदा आ। सो द लाइसेंसिंग प्रोविजन आल्सो अप्लाइज टू एक्सपेंशन ऑफ एग्जिस्टिंग इंडस्ट्रीयल यूनिट। मतलब कि जे तुसीं एग्जिस्टिंग तुहाडा कोई ਪਹਿਲਾਂ ਹੀ ਇੰਡਸਟਰੀਅਲ ਯੂਨਿਟ ਆ ਉਹਨੂੰ ਤੁਸੀਂ ਐਕਸਪੈਂਡ ਕਰਨਾ ਤੇ ਤੁਹਾਨੂੰ ਲਾਇਸੈਂਸਿੰਗ ਜਿਹੜੀ ਆ ਤਾਂ ਵੀ ਲੈਣੀ ਪਏਗੀ। ਜਿਵੇਂ ਕਿ ਆਪਾਂ ਪਹਿਲਾਂ ਵੀ ਪੜ੍ਹਿਆ ਆ ਕਿ ਜਿਹੜੀ ਕੰਪਲਸਰੀ ਲਾਇਸੈਂਸਿੰਗ ਆ ਉਹ ਇਹਨਾਂ ਯੂਨਿਟਸ ਨੂੰ ਹੈਗੀ ਆ ਵੀ ਜਿਹੜੇ ਇਹਦੇ ਨਾਲ ਰਿਲੇਟਡ ਕੋਈ ਵੀ ਯੂਨਿਟ ਸੈਟਅਪ ਕਰਦੇ ਨੇ, ਜਿੱਦਾਂ ਟੋਬੈਕੋ ਆਈਟਮਸ, ਡਿਫੈਂਸ, ਐਰੋਸਪੇਸ ਐਂਡ ਵਾਰਸ਼ਿਪਸ, ਹਾਜ਼ਰਡਸ ਕੈਮੀਕਲਸ ਤੇ ਇੰਡਸਟਰੀਅਲ ਐਕਸਪਲੋਸਿਵਸ। ਕਿਉਂਕਿ ਬਿਕੋਜ਼ ਆਫ ਇਨਵਾਇਰਮੈਂਟਲ ਸੇਫਟੀ ਐਂਡ ਸਟ੍ਰੈਟੇਜਿਕ ਕੰਸੀਡਰੇਸ਼ਨ। ਜਿਵੇਂ ਕਿ ਆਪਾਂ ਪਹਿਲਾਂ ਪੜ੍ਹਿਆ ਕਿ ਅਲਕੋਹਲ ਜਿਹੜੀ ਆ ਪਹਿਲਾਂ ਸੀਗੀ ਉਹ 5 ਦੇ ਵਿੱਚ, ਠੀਕ ਹੈ, ਜਿਨ੍ਹਾਂ ਵਾਸਤੇ ਕੰਪਲਸਰੀ ਲਾਇਸੈਂਸਿੰਗ ਸੀਗੀ, ਬਟ 2016 ਦੇ ਵਿੱਚ IDRA ਐਕਟ ਨੂੰ ਅਮੈਂਡ ਕੀਤਾ ਗਿਆ ਤੇ ਅਲਕੋਹਲ ਜਿਹੜੀ ਸੀਗੀ ਪੋਰਟੇਬਲ ਪਰਪਸਿਸ ਲਈ, ਯਾਨੀ ਕਿ ਹਿਊਮਨ ਕੰਜ਼ੰਪਸ਼ਨ ਜਾਂ ਡੋਮੈਸਟਿਕ ਕੰਜ਼ੰਪਸ਼ਨ ਲਈ ਜਿਹੜੀ ਅਲਕੋਹਲ ਸੀਗੀ ਉਹਨੂੰ ਇਹਦੇ ਤੋਂ ਐਕਸਕਲੂਡ ਕਰ ਦਿੱਤਾ ਗਿਆ, ਬਾਹਰ ਕੱਢ ਦਿੱਤਾ ਗਿਆ। ਫਰਦਰ ਮੋਰ ਸੁਪਰੀਮ ਕੋਰਟ ਨੇ ਆਪਣੀ ਇੱਕ ਜਜਮੈਂਟ ਦੇ ਵਿੱਚ 1997 ਦੇ ਵਿੱਚ ਡੀਮਾਰਕੇਟ ਕਰ ਦਿੱਤਾ ਕਿ ਕਿਹੜੀ ਅਲਕੋਹਲ ਨੂੰ ਸੈਂਟਰ ਸਰਕਾਰ ਰੈਗੂਲੇਟ ਕਰੇਗੀ ਤੇ ਕਿਹੜੀ ਨੂੰ ਸਟੇਟ। ਜਿਵੇਂ ਕਿ ਜਿਹੜੀ ਮਤਲਬ ਅਲਕੋਹਲ ਇੰਡਸਟਰੀਅਲ ਯੂਜ਼ ਵਾਸਤੇ ਪ੍ਰੋਡਿਊਸ ਹੁੰਦੀ ਆ, ਠੀਕ ਆ, ਉਹਨੂੰ ਰੈਗੂਲੇਟ ਕਰੇਗੀ ਸੈਂਟਰ ਸਰਕਾਰ, ਜਦਕਿ ਜਿਹੜੀ ਡੋਮੈਸਟਿਕ ਕੰਜ਼ੰਪਸ਼ਨ ਲਈ ਅਲਕੋਹਲ ਪ੍ਰੋਡਿਊਸ ਹੋਏਗੀ ਉਹਨੂੰ ਸਟੇਟ ਸਰਕਾਰ ਜਿਹੜੀ ਆ ਰੈਗੂਲੇਟ ਕਰੇਗੀ। ਫਰਦਰ ਮੋਰ ਨਾਲ ਹੀ ਇਹ ਵੀ ਇੱਕ ਪੁਆਇੰਟ ਯਾਦ ਰੱਖ ਲਿਓ ਕਿ ਜਿਹੜੇ ਇੰਡਸਟਰੀਅਲ ਜਾਂ ਆਮ ਲਾਇਸੈਂਸ ਆ ਉਹ ਕਿਸ ਕੇਸ ਦੇ ਵਿੱਚ ਨਹੀਂ ਚਾਹੀਦਾ, ਜਿਸ ਕੇਸ ਦੇ ਵਿੱਚ ਆਪਾਂ ਡਿਫੈਂਸ ਸੈਕਟਰ ਲਈ ਕੋਈ ਇਕਵਿਪਮੈਂਟਸ ਜਿਹੜੀਆਂ ਆ ਤਿਆਰ ਕਰਦੇ ਹਾਂ। ਅਨਲੈਸ ਐਂਡ ਅੰਟਿਲ ਸਾਨੂੰ ਕੋਈ ਇਹੋ ਜਿਹੀ ਯੂਨਿਟ ਨਹੀਂ ਮੈਨੂਫੈਕਚਰ ਕਰਨਾ, ਕੋਈ ਇਹੋ ਜਿਹਾ ਪ੍ਰੋਡਕਟ ਨਹੀਂ ਮੈਨੂਫੈਕਚਰ ਕਰਨਾ ਜਿਹਦੇ ਲਈ ਸਾਨੂੰ DPIIT ਤੋਂ परमिशन लैनी पवे या लाइसेंस प्रोक्योर करना पवे। DPIIT की है, डिपार्टमेंट फॉर प्रमोशन ऑफ इंडस्ट्रीज एंड इंटरनल ट्रेड, ठीक है। ਜਿਹੜੀਆਂ ਡਿਫੈਂਸ ਇਕਵਿਪਮੈਂਟਸ ਹੈ, ਠੀਕ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਕੁਛ ਇੱਕ ਡਿਫੈਂਸ ਅਬਲ ਤੇ ਉਹਦੇ ਵਿੱਚ ਲਾਇਸੈਂਸਿੰਗ ਦੀ ਜ਼ਰੂਰਤ ਨਹੀਂ ਹੁੰਦੀ, ਬਟ ਕੁਛ ਇੱਕ ਜਿਹੜੇ ਮਤਲਬ ਇਕਵਿਪਮੈਂਟਸ ਆ ਜਿਨ੍ਹਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ, ਉਸ ਕੇਸ ਦੇ ਵਿੱਚ ਜਿਹੜਾ ਲਾਇਸੈਂਸ ਹੈ ਉਹ ਪਹਿਲਾਂ 2017 ਤੋਂ ਪਹਿਲਾਂ ਪ੍ਰੋਕਿਓਰ ਕੀਤਾ ਜਾਂਦਾ ਸੀ ਮਿਨਿਸਟਰੀ ਆਫ ਹੋਮ ਅਫੇਅਰਸ ਤੋਂ, ਲੇਕਿਨ ਮਈ 2017 ਤੋਂ ਬਾਅਦ ਇਹ ਜ਼ਿੰਮੇਵਾਰੀ ਜਿਹੜੀ ਹੈ डिपार्टमेंट फॉर प्रमोशन ऑफ इंडस्ट्रीज एंड इंटरनल ट्रेड ਨੂੰ ਦੇ ਦਿੱਤੀ ਗਈ। ਸੋ ਇਹ ਜਿਹੜਾ ਡਿਪਾਰਟਮੈਂਟ ਹੈ ਇਹਦੇ ਕੋਲ ਲਾਇਸੈਂਸਿੰਗ ਅਥਾਰਟੀ ਹੈ ਫॉर ਫੋਲੋਇੰਗ ਪ੍ਰੋਡਕਟਸ, ਕਿਹੜੇ डिफेंस एयरक्राफ्ट, वारशिप्स, बॉडी आर्मर एंड स्पैशलाइज्ड इक्विपमेंट फॉर मिलिटरी ट्रेनिंग। इंडिया ਦੇ ਵਿੱਚ ਜਿਹੜਾ ਇੰਡਸਟਰੀਅਲ ਲਾਇਸੈਂਸਿੰਗ ਦੀ ਗੱਲ ਕੀਤੀ ਤੇ ਆਪਾਂ ਪਹਿਲੀ ਗੱਲ ਕੀਤੀ ਵੀ ਜਿਹੜੀਆਂ ਇੰਡਸਟਰੀਜ਼ ਕੰਪਲਸਰੀ ਉਹਦੇ ਅੰਡਰ ਆਉਂਦੀਆਂ, ਠੀਕ ਹੈ, ਜਿਨ੍ਹਾਂ ਨੂੰ ਕੰਪਲਸਰੀ ਲਾਇਸੈਂਸਿੰਗ ਲੈਣੀ ਪੈਂਦੀ ਹੈ, ਉਹਦੇ ਵਿੱਚ ਆਪਾਂ 4 ਚੀਜ਼ਾਂ ਡਿਸਕਸ ਕੀਤੀਆਂ, ਪਲੱਸ ਇੱਕ ਅਲਕੋਹਲ ਜਿਹੜੀ ਉਹ ਬਾਹਰ ਕੱਢਤੀ 2016 'ਚ, ਉਹਦੀ ਗੱਲ ਕੀਤੀ ਹੈ ਨਾ। ਤੇ ਦੂਜੀ ਆਪਾਂ ਗੱਲ ਕੀਤੀ ਵੀ ਕੁਛ ਲੋਕੇਸ਼ਨ ਰਿਸਟ੍ਰਿਕਸ਼ਨਸ ਹੁੰਦੀਆਂ ਨੇ, ਜਿਵੇਂ ਕਿ ਫੋਰ ਐਗਜ਼ਾਮਪਲ ਜਿਵੇਂ ਇਹਦੇ ਵਿੱਚ ਲਿਖਿਆ ਹੈ ਕਿ ਇੰਡਸਟਰੀਜ਼ ਜਿਹੜੀਆਂ ਕਿ ਕਿਸੇ ਸਿਟੀ ਦੇ 25 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਨੇ ਔਰ ਉਸ ਸਿਟੀ ਦੀ ਪੋਪੂਲੇਸ਼ਨ ਜਿਹੜੀ ਹੈ ਐਟਲੀਸਟ 1 ਮਿਲੀਅਨ ਹੈਗੀ ਹੈ ਤੇ ਉਹਨਾਂ ਨੂੰ ਸੈਂਟਰ ਸਰਕਾਰ ਤੋਂ ਇੰਡਸਟਰੀਅਲ ਲਾਇਸੈਂਸ ਜਿਹੜਾ ਪ੍ਰੋਕਿਓਰ ਕਰਨਾ ਹੀ ਪਊਗਾ। ਬਟ ਫੋਲੋਇੰਗ ਕੇਸਿਸ ਦੇ ਵਿੱਚ ਲੋਕੇਸ਼ਨ ਰਿਸਟ੍ਰਿਕਸ਼ਨ ਨਹੀਂ ਅਪਲਾਈ ਹੋਣਗੀਆਂ। ਸਭ ਤੋਂ ਪਹਿਲਾਂ ਜਿਹੜੀਆਂ ਨਾਨ ਪੋਲਿਊਟਿੰਗ ਇੰਡਸਟਰੀਜ਼ ਹੁੰਦੀਆਂ, ਜਿਵੇਂ ਕਿ ਇਲੈਕਟ੍ਰੋਨਿਕਸ ਦੀ ਹੋ ਗਈ, ਕੰਪਿਊਟਰ ਸੌਫਟਵੇਅਰ ਐਂਡ ਪ੍ਰਿੰਟਿੰਗ ਦੀ ਹੋ ਗਈ, ਜਾਂ ਕੁਛ ਹੋਰ ਇੱਦਾਂ ਦੀ ਇੰਡਸਟਰੀ, ਠੀਕ ਹੈ। ਦੈਨ ਉਸ ਤੋਂ ਬਾਅਦ ਕੁਛ ਇਸ ਤੋਂ ਇਲਾਵਾ ਨਾਨ ਪੋਲਿਊਟਿੰਗ ਇੰਡਸਟਰੀ ਤੋਂ ਇਲਾਵਾ ਇੰਡਸਟਰੀਜ਼ ਦੈਟ ਆਰ ਲੋਕੇਟਿਡ ਇਨ ਐਨ ਏਰੀਆ ਡੈਜ਼ਿਗਨੇਟਿਡ ਐਜ਼ ਇੰਡਸਟਰੀਅਲ ਏਰੀਆ ਬਿਫੋਰ 25 ਜੁਲਾਈ 1991, ਯਾਨੀ ਕਿ 25 ਜੁਲਾਈ 1991 ਤੋਂ ਪਹਿਲਾਂ ਜਿਹੜੇ ਏਰੀਆਜ਼ ਨੂੰ ਇੰਡਸਟਰੀਅਲ ਏਰੀਆ ਡੈਜ਼ਿਗਨੇਟ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਵੀ
ਕੋਈ ਵੀ ਲਾਇਸੈਂਸਿੰਗ ਦੀ ਉਹਨਾਂ ਦੇ ਉੱਤੇ ਪ੍ਰੋਵੀਜ਼ਨ ਇੰਪਲੀਮੈਂਟ ਨਹੀਂ ਹੁੰਦੀ। ਫਰਦਰਮੋਰ ਲੋਕੇਸ਼ਨ ਆਫ ਇੰਡਸਟਰੀਅਲ ਯੂਨਿਟਸ ਇਜ਼ ਸਬਜੈਕਟ ਟੂ ਕਿਹੜੀ ਮਤਲਬ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਸਭ ਤੋਂ ਪਹਿਲਾਂ ਲੋਕਲ ਜ਼ੋਨਿੰਗ, ਦੂਸਰਾ ਲੈਂਡ ਯੂਜ਼ ਰੈਗੂਲੇਸ਼ਨਸ, ਤੀਸਰਾ environmental regulations in order to maintain ecological discipline। ਦੈਨ ਜਿਹੜਾ DPIIT ਹੈ, ਡਿਪਾਰਟਮੈਂਟ ਫॉर ਪ੍ਰੋਮੋਸ਼ਨ ਆਫ ਇੰਡਸਟਰੀਜ਼ ਐਂਡ ਇੰਟਰਨਲ ਟ੍ਰੇਡ, ਇਹਨਾਂ ਨੇ ਇੱਕ G2B ਪੋਰਟਲ ਜਿਹੜਾ ਹੈ ਸੈਟਅਪ ਕੀਤਾ ਹੈ, ਜਿਹਦੇ ਇੱਕ ਸਿੰਗਲ ਵਿੰਡੋ ਪੋਰਟਲ ਹੈ ਜਿਹਦੇ ਥਰੂ ਕੋਈ ਵੀ ਜਿਹੜੀ ਕਲੀਅਰੈਂਸਿਸ ਆ ਡਿਫਰੈਂਟ ਡਿਪਾਰਟਮੈਂਟਸ ਤੋਂ, ਡਿਫਰੈਂਟ ਗਵਰਨਮੈਂਟ ਏਜੰਸੀਜ਼ ਤੋਂ ਇੰਡਸਟਰੀਜ਼ ਲੈ ਸਕਦੀਆਂ ਨੇ, ਠੀਕ ਹੈ। ਔਰ ਇਹ ਇੱਕ ਆਨਲਾਈਨ ਲਾਇਸੈਂਸ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਸੋ ਪ੍ਰੀਵੀਅਸਲੀ ਇਹ ਐਪਲੀਕੇਸ਼ਨ ਜਿਹੜੀ ਹੈ ਸੈਕਟਰੀਏਟ ਆਫ ਇੰਡਸਟਰੀਅਲ ਅਸਿਸਟੈਂਸ ਨੂੰ ਕੀਤੀ ਜਾਂਦੀ ਸੀਗੀ, ਠੀਕ ਹੈ। ਡਿਪਾਰਟਮੈਂਟ ਆਫ ਇੰਡਸਟਰੀ ਪਾਲਿਸੀ ਐਂਡ ਪ੍ਰਮੋਸ਼ਨ ਇਹਦਾ ਪਹਿਲਾ ਨਾਮ ਹੁੰਦਾ ਸੀਗਾ, ਅਲੋਂਗ ਵਿਦ ਦ ਫੀ, ਠੀਕ ਹੈ। ਬਟ ਹੁਣ ਐਟ ਪ੍ਰੈਜ਼ੈਂਟ ਇਹ ਸਾਰਾ ਕੰਮ ਜਿਹੜਾ DPIIT ਕੋਲ ਹੈ। ਸੋ ਇੱਕ ਵਾਰੀ ਲਾਇਸੈਂਸ ਜਿਹੜਾ ਓਬਟੇਨ ਹੋ ਗਿਆ ਤੇ ਇੰਡਸਟਰੀਅਲ ਅੰਡਰਟੇਕਿੰਗ ਜੋ ਵੀ ਕੰਮ ਜਿਸ ਵੀ ਪਰਪਸ ਲਈ ਉਹਨੇ ਲਾਇਸੈਂਸ ਇਸ਼ੂ ਕਰਾਇਆ ਹੈ ਉਹ ਸਟਾਰਟ ਕਰ ਸਕਦੀ ਆ। ਨੈਕਸਟ ਹੈ ਰਿਮੂਵਲ ਆਫ ਮੈਨੂਫੈਕਚਰਿੰਗ ਕਰਬਸ ਔਨ ਪ੍ਰੋਡਕਟਸ ਪ੍ਰੀਵੀਅਸਲੀ ਰਿਜ਼ਰਵਡ ਫॉर MSMEs। ਜਿਵੇਂ ਕਿ ਆਪਾਂ ਪਹਿਲਾਂ ਵੀ ਹੁਣੇ ਡਿਸਕਸ ਕੀਤਾ ਸੀਗਾ ਵੀ ਕੁਛ ਆਈਟਮਸ ਜਿਹੜੀਆਂ ਸੀਗੀਆਂ ਜਿਵੇਂ ਚਾਰ ਚਟਣੀ, ਬ੍ਰੈਡ ਬਰੁੱਡ, ਉਹ ਸਾਰਾ ਸਿਰਫ MSMEs ਯਾਨੀ ਕਿ ਜਿਨ੍ਹਾਂ ਦਾ ਪਹਿਲਾ ਨਾਮ ਸਮਾਲ ਸਕੇਲ ਇੰਡਸਟਰੀ ਸੀ ਉਹਨਾਂ ਲਈ ਰਿਜ਼ਰਵ ਸੀ। ਤੇ ਜੇ ਕੋਈ ਲਾਰਜ ਇੰਡਸਟਰੀਜ਼ ਇਹ ਕੰਮ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੀ ਸੀ ਜਾਂ ਇੰਡਸਟਰੀਜ਼ ਦੇ ਵਿੱਚ ਇਹੋ ਜਿਹੇ ਇੰਡਸਟਰੀਅਲ ਯੂਨਿਟ ਸੈਟਅਪ ਕਰਨਾ ਚਾਹੁੰਦੀ ਸੀ ਤੇ ਉਹਨਾਂ ਨੂੰ ਲਾਇਸੈਂਸ ਲੈਣਾ ਪੈਂਦਾ ਸੀਗਾ, ਠੀਕ ਹੈ। ਸੋ ਇਹ ਜਿਹੜਾ ਮਤਲਬ ਮੈਨੂਫੈਕਚਰਿੰਗ ਦੇ ਉੱਤੇ ਉਹਨਾਂ ਦੇ ਉੱਤੇ ਜਿਹੜਾ ਕਰਬ ਲਗਾਇਆ ਸੀਗਾ ਇਹ ਵੀ ਰਿਮੂਵ ਹੋ ਗਿਆ ਲੇਟਰ ਔਨ, ਰਾਈਟ। ਸੋ ਗਵਰਨਮੈਂਟ ਨੇ 2015 ਦੇ ਵਿੱਚ ਇਹ ਆਈਟਮਸ ਜਿਹੜੀਆਂ ਨੂੰ ਅਨਰਿਜ਼ਰਵ ਕਰ ਦਿੱਤਾ ਤਾਂ ਕਿ ਇਹੋ ਜਿਹੇ ਵੀ ਜਿਹੜੇ ਸਮਾਲ ਸਕੇਲ ਸੈਕਟਰਸ ਨੇ MSMEs ਵਗੈਰਾ ਉਹਦੇ 'ਚ ਵੀ ਫੋਰਨ ਇਨਵੈਸਟਮੈਂਟ ਨੂੰ ਐਨਕਰੇਜ ਕੀਤਾ ਜਾਏ। ਸੋ ਲਾਰਜ ਇੰਡਸਟਰੀਜ਼ ਵੀ ਹੁਣ ਇਹ ਵਾਲੀਆਂ ਮੈਨੂਫੈਕਚਰ ਕਰ ਸਕਦੀਆਂ ਨੇ ਆਈਟਮਸ ਜਿਵੇਂ ਕਿ ਬ੍ਰੈਡ, ਪਿਕਲਸ, ਚਟਨੀਜ਼, ਮਸਟਰਡ ਆਇਲ, ਗਰਾਊਂਡਨਟ ਆਇਲ, ਵੁਡਨ, ਮਤਲਬ ਜੋ ਵੀ ਉਹ MSMEs ਕਰਦੀਆਂ ਨੇ ਵਿਦਆਊਟ ਓਬਟੇਨਿੰਗ ਇੰਡਸਟਰੀਅਲ ਲਾਇਸੈਂਸ ਉਹ ਵੀ ਕਰ ਸਕਦੀਆਂ ਨੇ, ਠੀਕ ਹੈ। ਹੁਣ ਪ੍ਰੈਜ਼ੈਂਟ FDI ਪੋਲਿਸੀ ਕੀ ਹੈ? ਸੋ 1991 ਤੋਂ ਬਾਅਦ ਤੁਹਾਨੂੰ ਪਤਾ ਲਿਬਰਲਾਈਜ਼ ਕਰ ਦਿੱਤਾ FDI ਵਗੈਰਾ ਨੂੰ ਵੀ। ਸੋ FDI ਜਿਹੜੀ ਹੈ ਜਾਂ ਤਾਂ ਆਟੋਮੈਟਿਕ ਰੂ ਜਾਂ ਗਵਰਨਮੈਂਟ ਰੂਟ ਦੇ ਥਰੂ ਪਰਮਿਟਡ ਹੁੰਦੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਆਟੋਮੈਟਿਕ ਰੂਟ ਦੇ ਥਰੂ ਜਿਹੜੀ ਨੋਨ ਰੈਜ਼ੀਡੈਂਟ ਜਾਂ ਕੋਈ ਇੰਡੀਅਨ ਕੰਪਨੀ ਹੈ ਉਹਨੂੰ ਗਵਰਨਮੈਂਟ ਤੋਂ ਅਪਰੂਵਲ ਨਹੀਂ ਲੈਣੀ ਪੈਂਦੀ, ਜਦ ਕਿ ਗਵਰਨਮੈਂਟ ਰੂਟ ਦੇ ਥਰੂ ਪ੍ਰਾਇਰ ਅਪਰੂਵਲ ਜਿਹੜੀ ਹੈ ਚਾਹੀਦੀ ਹੁੰਦੀ ਹੈ। ਐਂਡ ਪ੍ਰਪੋਜ਼ਲ ਫॉर ਫੋਰਨ ਇਨਵੈਸਟਮੈਂਟ ਅੰਡਰ ਗਵਰਨਮੈਂਟ ਰੂਟ ਆਰ ਕੰਸੀਡਰਡ ਬਾਈ ਰਿਸਪੈਕਟਿਵ ਐਡਮਿਨਿਸਟ੍ਰੇਟਿਵ ਮਿਨਿਸਟਰੀ ਔਰ ਡਿਪਾਰਟਮੈਂਟ। ਜਿੱਦਾਂ ਮੰਨ ਲਓ ਕਿਸੇ ਨੇ ਫੂਡ ਪ੍ਰੋਸੈਸਿੰਗ ਦੇ ਵਿੱਚ ਕੋਈ ਇਨਵੈਸਟ ਕਰਨਾ ਤਾਂ ਉਹਨੂੰ ਫੂਡ ਪ੍ਰੋਸੈਸਿੰਗ ਮਿਨਿਸਟਰੀ ਤੋਂ ਪਹਿਲਾਂ ਪਰਮਿਸ਼ਨ ਲੈਣੀ ਪਏਗੀ, ਠੀਕ ਹੈ, ਜਿਹੜਾ ਗਵਰਨਮੈਂਟ ਰੂਟ ਹੈ ਉਹਦੇ ਵਿੱਚ। ਹੁਣ ਇਹ ਕੁਝ ਸੈਕਟਰ ਨੇ ਜਿਵੇਂ ਐਗਰੀਕਲਚਰ, ਅਲਾਈਡ ਸੈਕਟਰਸ, ਅਲਾਈਡ ਦੇ ਵਿੱਚ ਫਲੋਰੀਕਲਚਰ ਵਗੈਰਾ ਆ ਜਾਂਦਾ, ਸੀਡਸ ਐਂਡ ਪਲਾਂਟਿੰਗ ਮਟੀਰੀਅਲ, ਐਨੀਮਲ ਹਸਬੈਂਡਰੀ, ਪਿਸੀਕਲਚਰ, ਐਕਵਾਕਲਚਰ, ਐਪੀਕਲਚਰ ਵਗੈਰਾ, ਠੀਕ ਹੈ। ਸੋ ਇਹਦੇ ਵਿੱਚ FDI ਲਿਮਿਟ ਇਸ ਵੇਲੇ 100% ਹੈ ਔਰ ਰੂਟ ਜਿਹੜਾ ਆਟੋਮੈਟਿਕ ਹੈ। ਦੈਨ ਸੈਕਿੰਡ ਨੰਬਰ ਤੇ ਕੋਲ ਮਾਈਨਿੰਗ 100% FDI ਲਿਮਿਟ ਹੈ, ਰੂਟ ਆਟੋਮੈਟਿਕ ਹੈ। ਡਿਫੈਂਸ ਦੇ ਵਿੱਚ 100% ਹੈ, ਆਟੋਮੈਟਿਕ ਰੂਟ ਹੈਗਾ 49% ਔਰ ਗਵਰਨਮੈਂਟ ਰੂਟ ਹੈ ਬਿਯੋਂਡ 49%। ਫਿਰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ, ਇੱਕ ਵਾਰੀ ਸਕਰੀਨਸ਼ਾਟ ਵੀ ਲੈ ਸਕਦੇ ਜਾਂ ਉੱਦਾਂ ਵੀ ਪੌਜ਼ ਕਰਕੇ ਤੁਸੀਂ ਲਿਖ ਲਓ, ਠੀਕ ਹੈ। ਡਿਫਰੈਂਟ ਸੈਕਟਰਸ ਦੇ ਵਿੱਚ ਕਿੰਨੀਆਂ ਜਿਹੜੀਆਂ FDIs ਪਰਮਿਟਡ ਨੇ, 100% ਹੈ ਕਿਸੇ ਦੇ ਵਿੱਚ। ਤੇ ਰੀਸੈਂਟਲੀ ਜਿਹੜਾ ਸਰਵਿਸ ਸੈਕਟਰ ਦੇ ਵਿੱਚ ਜਿਹੜੀ ਹੈ FDI 2021 ਦੇ ਵਿੱਚ ਇਹਨਾਂ ਨੇ 74% ਕਰ ਦਿੱਤੀ ਹੈ 49% ਤੋਂ, ਠੀਕ ਹੈ। ਦੈਨ ਉਸ ਤੋਂ ਬਾਅਦ ਕੁਝ ਸੈਕਟਰਸ ਨੇ ਜਿਹਦੇ ਵਿੱਚ FDI ਪ੍ਰੋਹਿਬਿਟਡ ਹੈ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਪਹਿਲਾ ਹੈਗਾ ਲੋਟਰੀ ਬਿਜ਼ਨਸ ਇਨਕਲੂਡਿੰਗ ਗਵਰਨਮੈਂਟ ਔਰ ਪ੍ਰਾਈਵੇਟ ਲੋਟਰੀ, ਆਨਲਾਈਨ ਲੋਟਰੀਜ਼। ਸੈਕਿੰਡ ਗੈਂਬਲਿੰਗ ਐਂਡ ਬੈਟਿੰਗ including casinos, chit funds and nidhi company, trading in transferable development rights, manufacturing of cigars, cheroots, cigarillos and cigarettes of tobacco or tobacco substitutes, activities sectors not open to private sector investment such as atomic energy and railway operations. So that was all. Thank you.